ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਿਤਾਬ ਪੜ੍ਹੀ ਦੀ ਆ ਸਿੱਖ ਧਰਮ ਫਲਸਫਾ ਜਾਂ ਸਿੱਖ ਧਰਮ ਫਿਲਾਸਫੀ, ਜਿਹੜੀ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵਾਲਿਆਂ ਵੱਲੋਂ ਛਾਪੀ ਗਈ ਆ, ਜਿਹਦੇ ਵਿੱਚ ਮੁੱਢਲੇ ਸੰਕਲਪ ਜਿਹੜੇ ਨੇ ਸਿੱਖ ਫਲਸਫੇ ਦੇ ਉਹ ਲੜੀਵਾਰ ਡਿਸਕਸ ਕੀਤੇ ਗਏ ਨੇ। ਅਤੇ ਅਸੀਂ ਪਿਛਲੇ ਕੁਛ ਪ੍ਰੋਗਰਾਮਾਂ 'ਚੋਂ ਇਹਨਾਂ ਨੂੰ ਵਾਰੀ ਡਿਸਕਸ ਕਰ ਰਹੇ ਹਾਂ। ਅਤੇ ਉਸੇ ਲੜੀ ਦੇ ਵਿੱਚ ਹੀ ਆਪਾਂ ਅਜੇ ਤੱਕ ਧਰਮ ਕੀ ਆ ਅਤੇ ਧਰਮ ਦੀ ਲੋੜ ਕੀ ਆ ਜੀ, ਉਹ ਜਿਹੜੇ ਮੁੱਦੇ ਆ ਸੰਕਲਪ ਉਹ ਡਿਸਕਸ ਕਰਕੇ ਆਏ ਹਾਂ। ਅਤੇ ਅੱਗੇ ਜਿਹੜਾ ਹੈਗਾ ਆ ਵੀ ਜਿਹੜੀ ਬੰਦੇ ਦੀਆਂ ਨਿੱਜੀ ਜਿਹੜੀਆਂ ਲਾਈਫ ਦੇ ਵਿੱਚ ਧਰਮ ਦੀ ਜਿਹੜੀ ਮਹੱਤਤਾ ਆ ਜੀ, ਵੀ ਔਰ ਉਹਦਾ ਰੋਲ ਜਿਹੜਾ ਆ ਉਹਦੇ ਬਾਰੇ ਚਰਚਾ ਹੈਗੀ ਆ ਜੀ। ਅਤੇ ਆਪਾਂ ਗੁਰਪ੍ਰੀਤ ਸਿੰਘ ਗਾਹ ਕਰੀਏ ਫਿਰ ਜੀ। ਹਾਂਜੀ, ਜਿਹੜੀ ਭਾਈ ਨਿੱਜੀ ਹਸਤੀ ਬਾਰੇ ਅਸੀਂ ਪਿਛਲੀ ਵਾਰ ਪੜ੍ਹ ਲਿਆ ਸੀਗਾ, ਰਾਈਟ। ਤੇ ਐਤਕੀ ਅਸੀਂ ਪੜ੍ਹਨਾ ਆ ਕਿ ਸਮਾਜ ਤੇ ਸੰਸਾਰ ਬਾਰੇ। ਠੀਕ ਹੈ। ਤੇ ਇਸ ਦੇ ਵਿੱਚ ਉਹ ਲਿਖਦੇ ਹਨ ਕਿ ਸਭ ਸੰਸਾਰ ਜੋ ਦਿਸਦਾ ਭਾਸਦਾ ਹੈ ਇਹ ਹਰੀ ਦਾ ਰੂਪ ਹੈ। ਇਸ ਵਿੱਚ ਹਰੀ ਪਰਮਾਤਮਾ ਦਾ ਵਾਸਾ ਹੈ। ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਜਾਵੇ ਤਾਂ ਉਹ ਹਰ ਥਾਂ ਇਉਂ ਦਿਸ ਪੈਂਦਾ ਹੈ ਜਿਵੇਂ ਕੋਈ ਸ਼ੈ ਇਹਨਾਂ ਅੱਖਾਂ ਨਾਲ ਵੇਖੀ ਦੀ ਹੈ। ਦੂਜੇ ਪਾਸੇ ਇਹ ਸੰਸਾਰ ਸਦਾ ਕਾਇਮ ਰਹਿਣ ਵਾਲੀ ਸ਼ੈ ਨਹੀਂ, ਇਹ ਬਦਲਦਾ ਤੇ ਨਾਸ਼ ਹੁੰਦਾ ਰਹਿੰਦਾ ਹੈ। ਇਸ ਦੇ ਉਲਟ ਮਨੁੱਖੀ ਆਤਮਾ ਜੋ ਪਰਮਾਤਮਾ ਦਾ ਹੀ ਅੰਸ਼ ਹੈ, ਸਦਾ ਰਹਿਣ ਵਾਲੀ ਹਸਤੀ ਹੈ। ਇਸ ਦਾ ਟੀਚਾ ਜਾਂ ਆਦਰਸ਼ ਹੈ ਆਪਣੇ ਮੂਲ ਜਾਂ ਮੁੱਢ ਅਰਥਾਤ ਪਰਮਾਤਮਾ ਦਾ ਮੇਲ ਪ੍ਰਾਪਤ ਕਰਨਾ। ਇਸ ਕਰਕੇ ਉਹ ਟੀਚਾ ਭੁੱਲ ਕੇ ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਫਸਣਾ ਮਨੁੱਖੀ ਜੀਵਨ ਨੂੰ ਵਿਅਰਥ ਗਵਾਉਣਾ ਹੈ। ਇਹ ਜੱਗ ਸੱਚੇ ਵਾਹਿਗੁਰੂ ਦੀ ਕੋਠੜੀ ਹੈ, ਇਸ ਵਿੱਚ ਸੱਚੇ ਦਾ ਵਾਸ ਹੈ, ਪਰ ਇਸ ਕੋਠੜੀ ਨੂੰ ਕੋਠੜੀ ਵਾਲਾ ਸਮਝ ਬੈਣਾ ਭੁੱਲ ਹੈ। ਇਸ ਵਿੱਚ ਉਸ ਸੱਚੇ ਨੂੰ ਲੱਭਣਾ ਤੇ ਉਸ ਨਾਲ ਇੱਕ-ਮਿਕ ਹੋਣਾ ਇਨਸਾਨੀ ਜੀਵਨ ਦਾ ਆਦਰਸ਼ ਹੈ। ਹੁਣ ਆਹ ਦੇਖੋ ਵੀ ਸਿੰਪਲ ਜਿਹਾ ਕਿਤਾਬ 'ਚ ਆਇਆ ਇਹ ਵੀ ਜਿਹੜਾ ਕੋਈ ਬਹੁਤੇ ਵੱਡੇ ਜਿਹੜੇ ਲਿਖਾਰੀ ਨੇ ਵੀ ਉਹਨਾਂ ਦਾ ਨਹੀਂ ਲਿਖਿਆ ਹੋਇਆ ਜੀ, ਬਿਲਕੁਲ। ਵੀ ਆਮ ਬੰਦੇ ਨੇ ਵੀ ਜਿਨ੍ਹਾਂ ਨੇ ਬੈਂਕਾਂ 'ਚ ਕੰਮ ਕਰਦੇ, ਹੋਰ ਜਿਹੜੀਆਂ ਰੋਜ਼ਮर्रा ਦੀਆਂ ਨੌਕਰੀਆਂ ਕਰਦਿਆਂ ਹੋਇਆਂ, ਉਹਨਾਂ ਨੇ ਇਹ ਕਿਤਾਬ 'ਚ ਜਿਹੜੇ ਆ ਵੀ ਇਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਿਲਕੁਲ ਵੀ ਤਿਆਰ ਕੀਤੇ। ਬਿਲਕੁਲ। ਅਤੇ ਹੁਣ ਇਹਦੇ ਵਿੱਚ ਵੀ ਉਹ ਇੱਕ ਬੜਾ ਵਧੀਆ ਨੁਕਤਾ ਦੇ ਰਹੇ ਆ ਵੀ ਇਹ ਜੱਗ ਸੱਚੇ ਕੀ ਹੈ ਕੋਠੜੀ, ਜੀ, ਸੱਚੇ ਕਾ ਵਿੱਚ ਵਾਸ। ਬਿਲਕੁਲ। ਪਰ ਉਹ ਕਹਿੰਦੇ ਭਈ ਇਸ ਕੋਠੜੀ ਨੂੰ ਹੀ ਵੀ ਰੱਬ ਦੀ ਬਣਾਈ ਹੋਈ ਆ, ਪਰ ਇਹਨੂੰ ਹੀ ਰੱਬ ਸਮਝ ਲੈਣਾ ਜਿਹੜਾ ਆ ਵੀ ਉਹ ਬੜੀ ਵੱਡੀ ਮੂਰਖਤਾ ਹੀ ਹੋਊਗੀ। ਬਿਲਕੁਲ। ਹੁਣ ਇਹ ਆ ਢੱਡਰੀਆਂ ਵਾਲੇ ਵਰਗੇ ਜਿਹੜੇ ਆ ਵੀ ਇਹਨੇ ਸਾਰਾ ਜਿਹੜਾ ਪੁਆੜਾ ਆ ਉਹ ਇਸੇ ਨੁਕਤੇ ਦੇ ਉੱਤੇ ਹੀ ਪਾ ਦਿੱਤਾ ਭਈ ਜੀ ਰੱਬ ਜਿਹੜਾ ਆ ਉਹ ਇਸ ਦੁਨੀਆ ਦੇ ਵਿੱਚ ਹੀ ਆ, ਉਹ ਕਿਰਤ ਜਿਹੜੀ ਆ ਨਾ ਕਰਤੇ ਦੀ ਵੀ ਉਹਦੇ ਵਿੱਚ ਹੀ ਆ, ਕੁਦਰਤੀ ਰੱਬ ਆ ਜੀ। ਵੀ ਹੁਣ ਉਹ ਉੱਥੇ ਸਾਫ਼ ਲਿਖਿਆ ਆ ਉਹਨਾਂ ਜੀ, ਬਿਲਕੁਲ। ਇੱਕ ਸਿੰਪਲ ਸੈਂਟੈਂਸ ਆ ਬਿਲਕੁਲ, ਜਿਹਦੇ ਵਿੱਚ ਉਹ ਕਹਿੰਦੇ ਵੀ ਬਹੁਤ ਵੱਡੀ ਮੂਰਖਤਾ ਹੀ ਹੋਊਗੀ ਜੇ ਤੁਸੀਂ ਕਰਤੇ ਦੀ ਬਣਾਈ ਕੁਦਰਤ ਨੂੰ ਕਰਤਾ ਸਮਝ ਬੈਠੇ। ਬਿਲਕੁਲ। ਔਰ ਉਹਦੀ ਨਾ ਮਤਲਬ ਵੀ ਜੇ ਤੁਸੀਂ ਥੋੜ੍ਹਾ ਜਿਹਾ ਵੀ ਪੜ੍ਹਿਆ ਹੋਵੇ, ਖਾਸ ਤੌਰ 'ਤੇ ਵੀ ਐਂਥਰੋਪੋਲੋਜੀ ਜਾਂ ਹਿਸਟਰੀ ਜਾਂ ਮਤਲਬ ਬੇਸਿਕ ਜੀ ਜਿਹੜੇ ਮੁੱਢਲੇ ਸੰਕਲਪ ਨੇ ਇਹਨਾਂ ਵਿਸ਼ਿਆਂ ਦੇ, ਉਹਦੇ ਵਿੱਚ ਇੱਕ ਟਰਮ ਆਉਂਦੀ ਆ ਐਨਿਮਿਜ਼ਮ, ANIMISM, ਜਿਹਦਾ ਮਤਲਬ ਇਹ ਆ ਵੀ ਜਿਹੜੇ ਕਬੀਲੇ ਨੇ ਨਾ, ਕਬਾਇਲੀ ਲੋਕ ਜਿਹੜੇ ਨੇ, ਟਰਾਈਬਲ, ਉਹ ਜਿਹੜਾ ਉਹਨਾਂ ਦਾ ਧਰਮ ਆ ਉਹ ਇੱਥੋਂ ਹੀ ਸ਼ੁਰੂ ਹੁੰਦਾ ਆ ਵੀ ਉਹ ਜਿਹੜੀਆਂ ਕੁਦਰਤੀ ਕਹਿ ਲਓ ਵੀ ਹੁੰਦੇ ਆ ਨਜ਼ਾਰੇ ਹੁੰਦੇ ਜਾਂ ਕੁਦਰਤੀ ਵਰਤਾਰੇ ਆ, ਬਿਲਕੁਲ, ਉਹਨਾਂ ਨੂੰ ਰੱਬ ਦਾ ਰੂਪ ਦੇ ਦਿੰਦੇ ਆ। ਵੀ ਜੇ ਬਿਜਲੀ ਚਮਕ ਰਹੀ ਆ ਤੇ ਬਿਜਲੀ ਦਾ ਰੱਬ ਆ ਇੱਕ, ਜੇ ਹੜ੍ਹ ਆ ਰਹੇ ਆ ਤੇ ਹੜ੍ਹਾਂ ਵਾਲਾ ਰੱਬ ਆ, ਜੇ ਧੁੱਪ ਨਿਕਲ ਰਹੀ ਆ ਤੇ ਸੂਰਜ ਦਾ ਰੱਬ ਆ, ਜੇ ਰਾਤ ਨੂੰ ਚੰਦਰਮਾ ਨਿਕਲਿਆ ਹੋਇਆ ਤੇ ਚੰਦਰਮੇ ਵਾਲਾ ਰੱਬ ਆ। ਔਰ ਜੇ ਤੁਸੀਂ ਹਿੰਦੂ ਧਰਮ ਨੂੰ ਵੇਖੋਗੇ ਤੇ ਉਹਦੇ ਵਿੱਚ ਆ ਜਿਹੜੇ 33 ਕਰੋੜ ਦੇਵੀ ਦੇਵਤੇ ਨੇ ਉਹ ਇਹੀ ਨੇ। ਔਰ ਉਹੀ ਜਿਹੜਾ ਹੈਗਾ ਆ ਡਰਾਮਾ ਜਿਹਨੂੰ ਗੁਰੂ ਪਾਤਸ਼ਾਹ ਨੇ ਰਿਜੈਕਟ ਕਰ ਦਿੱਤਾ ਸੀ, ਢੱਡਰੀਆਂ ਵਾਲਾ ਆ ਕਹਿ ਕੇ ਭਈ ਕੁਦਰਤ ਦੇ ਵਿੱਚ ਹੀ ਰੱਬ ਆ, ਕੁਦਰਤ ਹੀ ਰੱਬ ਆ, ਉਹ ਇਹਨਾਂ ਸਾਰਿਆਂ ਨੂੰ ਹੀ ਰੱਬ ਕਹਿ ਰਿਹਾ, ਜੋ ਰਿਜੈਕਟਡ ਆ। ਸੋ ਉੱਥੋਂ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹਦਾ ਮਾਲਕ ਕੌਣ ਆ ਤੇ ਇਹ ਕਿਹਦੀ ਆਵਾਜ਼ ਜਿਹੜੀ ਆ ਬਣ ਕੇ ਤੇ ਸਾਡੇ ਵਿੱਚ ਜਿਹੜੀ ਘੁਸਪੈਠ ਕਰਕੇ ਤੇ ਕੀ ਹਾਸਲ ਕਰਨਾ ਚਾਹੁੰਦਾ ਇਹਨਾਂ ਸਟੇਟਮੈਂਟਾਂ ਰਾਹੀਂ। ਸਹੀ ਗੱਲ ਹੈ ਭਾਜੀ। ਸੋ
ਜਿੰਨੇ ਅਸੀਂ ਕਹਿ ਲਓ ਵੀ ਗੁਰਬਾਣੀ ਦੇ ਨੇੜੇ ਜਾਵਾਂਗੇ ਓਨਾ ਹੀ ਸਾਨੂੰ ਇਹ ਜਿਹੜੇ ਹਮਲੇ ਆ ਵੀ ਇਹਨਾਂ ਦੀ ਸਮਝ ਆਈ ਜਾਣੀ। ਉਹ ਤਾਂ ਵੈਸੇ ਵੀ ਭਾਈ ਉਹਦੀ ਤਾਂ ਹਾਸੋਹੀਣੀ ਸਿਚੁਏਸ਼ਨ ਬਣੀ ਪਈ ਆ। ਪਿਛਲੇ ਸਾਲ ਕਹਿੰਦਾ ਸੀ ਕੁਦਰਤ ਹੀ ਰੱਬ ਆ, ਇਸ ਸਾਲ ਉਹਦੇ ਤੋਂ ਨਿਕਲ ਗਿਆ ਮੂੰਹ ਚੋਂ ਕਿ ਕੁਦਰਤ ਵੀ ਰੱਬ ਆ। ਉਹ ਫਿਰ ਲੋਕ ਮਤਲਬ ਗੱਲ ਚੱਕੀ ਗਈ ਨਾ ਕਿ ਭਾਈ ਤੂੰ ਕਹਿੰਦਾ ਸੀ ਕੁਦਰਤ ਹੀ ਰੱਬ ਆ, ਹੁਣ ਤੂੰ ਕਹਿੰਦਾ ਕੁਦਰਤ ਵੀ ਰੱਬ ਆ। ਫਿਰ ਉਹ ਹੀ ਔਰ ਵੀ ਦੇ ਵਿੱਚ ਹੀ ਉਲਝ ਗਿਆ ਵਿਚਾਰਾ। ਕਹਿੰਦਾ ਦਰਖਤ ਹੀ ਬੀਜ ਹੈ, ਬੀਜ ਵੀ ਦਰਖਤ ਹੈ, ਪਤਾ ਨਹੀਂ ਕੀ ਕੀ ਕਹਾਣੀਆਂ ਨਾ ਥਿਉਰੀਆਂ ਲਿਆ ਕੇ। ਉਹੀ ਮੁਰਗੀ ਆਂਡਾ ਆ, ਆਂਡਾ ਹੀ ਮੁਰਗੀ ਆ। ਤਾਂ ਇਹੋ ਜਿਹਾ ਤਾਂ ਵਿਦਵਾਨ ਹੈ ਢੱਡਰੀਆਂ ਵਾਲਾ, ਹੈ ਨਾ ਜੀ। ਵਿਦਵਾਨ ਕਾਹਦਾ, ਉਹ ਤੇ ਵਿਚਾਰਾ ਮਤਲਬ ਭਈ ਉਹਦਾ ਕਹਿ ਲਓ ਭਈ ਲੋਟ ਆਇਆ ਹੋਇਆ, ਲੋਟ ਆਇਆ, ਹੋਰ ਕੀ ਤੋਰੀ ਫੁਲਕਾ ਤੁਰਿਆ ਹੋਇਆ ਉਹ ਤੁਰਿਆ ਉਹਨੇ। ਉਹ ਕਹਿੰਦਾ ਵੀ ਜਿੰਨੇ ਕੁ ਮੂਰਖ ਬਣਦੇ ਉਨੇ ਹੀ ਸਹੀ। ਹੁਣ ਉਹ ਕਰੋਨੇ ਨੇ ਥੋੜਾ ਜਿਹਾ ਉਹਦਾ ਕਹਿ ਲਓ ਵੀ ਪੰਗਾ ਪਾ ਦਿੱਤਾ ਹੋਇਆ, ਜਿਹਦੇ ਕਰਕੇ ਮੈਨੂੰ ਲੱਗਦਾ ਵੀ ਤੋਰੀ ਫੁਲਕਾ ਜਿਹੜਾ ਆ ਵੀ ਉਹ ਜ਼ਿਆਦਾ ਸੁੱਕ ਗਿਆ ਆ। ਤਦੀ ਫਿਰ ਪੇਟੀਐਮ ਰਾਹੀਂ 10-10 ਰੁਪਏ ਮੰਗੇ ਜਾ ਰਹੇ। ਇੱਥੇ ਵਾਲੇ $25-25 ਮੰਗਦੇ ਆ, ਉਹ 10 ਰੁਪਏ ਮੰਗ ਰਿਹਾ ਹੈ ਨਾ ਜੀ। ਤਾਂ ਡਿਫਰੈਂਸ ਤਾਂ ਕਾਫੀ ਹੈ ਵੈਸੇ, ਜਦੋਂ ਤੁਸੀਂ $25 ਨੂੰ ਰੁਪਏ 'ਚ ਪਰ ਉੱਥੇ ਬੰਦੇ ਬਹੁਤ ਆ ਨਾ, ਭੇਟਾਂ ਜ਼ਿਆਦੀਆਂ ਆ ਬੰਦਿਆਂ ਦਾ। ਇੱਥੇ ਪਤਾ ਨਹੀਂ 100 ਟੱਬਰ ਕਰਨਾ ਸੀ, ਹੋ ਗਿਆ ਕਿ ਨਹੀਂ ਹੋਇਆ? 100 ਸਾਰੀ ਦੁਨੀਆ ਚੋਂ ਕਰਨਾ ਹੀ ਕਰੇ, ਦੁਨੀਆ ਚੋਂ ਨਹੀਂ ਹੋਇਆ। ਉਹਨੂੰ ਵੀ ਸਾਲ ਨਾਲੇ ਉਹ ਦਸੰਬਰ ਕਿਹੜੇ ਸਾਲ ਦਾ ਸੀ ਭਲਾ? ਪਿਛਲੇ ਸਾਲ ਦਾ ਹੀ ਹੈ, 17 ਦਾ ਹੀ ਮੈਨੂੰ ਲੱਗਦਾ। ਚਲੋ ਉਹ ਤਾਂ ਜੀ ਇਹਨਾਂ ਦਾ ਕਹਿ ਲਓ ਕਿ ਇੱਕ ਮੱਕੜੀ ਜਾਲ ਹੀ ਹੈ ਲੋਕਾਂ ਨੂੰ ਮੂਰਖ ਬਣਾਉਣੇ ਦਾ ਸਿਸਟਮ। ਉਹ ਹੀ ਆ ਵੀ ਭਾਈ ਵੀ ਇਹ ਵੀ ਧਿਆਨ ਰੱਖਿਓ ਵੀ ਇਹ ਵੀ ਉਹ ਆਈਡੀਆਂ ਬਦਲਦੀਆਂ ਰਹਿੰਦੀਆਂ ਆ ਜੀ, ਤੇ ਉਧਰੋਂ ਬੰਦ ਹੋ ਜਾਂਦੀਆਂ, ਨਵੀਆਂ ਖੁੱਲ ਜਾਂਦੀਆਂ ਆ। ਬਿਲਕੁਲ। ਇਧਰੋਂ ਫੇਰ ਵੀ ਇਹ ਵੀ ਜਿਹੜੇ ਆ ਵੀ ਪੂਰ ਨਿਕਲਦੇ ਆ ਵੀ ਇੱਕ ਪੂਰ ਗਿਆ ਤੇ ਦੂਜਾ ਆ ਗਿਆ। ਤੇ ਅੱਗੇ 5 ਸਾਲਾਂ ਬਾਅਦ ਨਿਕਲਦੇ ਸੀ, ਤੇ ਹੁਣ ਇਹ ਮਿਆਦ ਜਿਹੜੀ ਆ ਵੀ ਘਟ ਗਈ ਆ। ਲੋਕੀ ਸਿਆਣੇ ਹੋ ਗਏ, ਲੋਕੀ ਸਿਆਣੇ ਹੋ ਗਏ। ਨਹੀਂ ਸਹੀ ਗੱਲ ਹੈ ਭਾਜੀ, ਸਹੀ ਗੱਲ ਆ। ਤੇ ਉਹ ਗੱਲ ਉੱਥੇ ਮੁੱਕਦੀ ਨਾ ਭਾਈ, ਜਿੱਦਾਂ ਜਿੱਦਾਂ ਹੁਣ ਗੁਰਬਾਣੀ ਅਸੀਂ ਪੜ੍ਹੀ ਜਾਵਾਂਗੇ, ਵਿਚਾਰੀ ਜਾਵਾਂਗੇ, ਸਾਨੂੰ ਸਮਝ ਆ ਜਾਣਾ ਕਿ ਗੁਰੂ ਸਾਹਿਬ ਦਾ ਸਿਧਾਂਤ ਕੀ ਹੈਗਾ। ਕਿਉਂਕਿ ਇਹ ਜਿੱਦਾਂ ਇਹਨੂੰ ਆਪਾਂ ਮਿੱਠੀ ਜ਼ਹਿਰ ਵੀ ਕਹਿ ਸਕਦੇ ਹਾਂ ਕਿ ਜਿਸ ਹਿਸਾਬ ਨਾਲ ਇਹ ਲਪੇਟ ਕੇ ਉਹ ਜ਼ਹਿਰ ਜਿਹੜੀ ਬਾਹਮਣ ਦੇਣਾ ਚਾਹੁੰਦਾ ਸੀਗਾ, ਉਹ ਉਸ ਸ਼ਬਦਾਂ ਦਾ ਜਿਹੜਾ ਹੈਗਾ ਹੇਰ ਫੇਰ ਕਰਕੇ ਉਹ ਸਾਨੂੰ ਦੁਬਾਰਾ ਦਿੱਤੀ ਜਾ ਰਹੀ ਹੈਗੀ। ਸਾਨੂੰ ਉਸੇ ਪਾਸੇ ਨੂੰ ਵਾਪਸ ਤੋਰਿਆ ਜਾ ਰਿਹਾ, ਜਿਸ ਜਾਲ ਚੋਂ, ਜਿਸ ਦਲਦਲ ਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸੀਗਾ। ਤੇ ਉਹਦੇ ਵਿੱਚ ਇਹ ਢੱਡਰੀਆਂ ਵਾਲਾ ਵਰਗਾ ਬੰਦਾ ਬੜਾ ਇੱਕ ਅਹਿਮ ਰੋਲ ਅਦਾ ਕਰ ਰਿਹਾ ਹੈ, ਜਿਹਨੂੰ ਹੁਣ ਪਤਾ ਨਹੀਂ ਪਿੱਛੋਂ ਤੁੱਕੜ ਪਏ ਹੈ ਕਿ ਕੀ ਪਿਆ ਹੈ, ਕੀ ਨਹੀਂ ਹੈਗਾ। ਤੇ ਉਹ ਚੀਜ਼ਾਂ ਜਦੋਂ ਅਸੀਂ ਸਮਝਾਂਗੇ, ਵਿਚਾਰਾਂਗੇ, ਤਾਂ ਸਾਨੂੰ ਸਾਰੀ ਗੱਲ ਕਲੀਅਰ ਹੋ ਜਾਣੀ ਹੈਗੀ। ਮੈਂ ਤੁਹਾਡੀ ਜਿਹੜੀ ਬਾਹਮਣਵਾਦ ਵਾਲੀ ਤੇ ਹੋਰ ਸਾਰੀ ਸੀਗੀ ਵੀ ਇੱਥੋਂ ਮੈਨੂੰ ਧਿਆਨ ਆਇਆ ਵੀ ਕਿਸੇ ਨੇ ਮੈਨੂੰ ਭੇਜਿਆ ਲਿੰਕ, ਕੋਈ ਆਰਟਿਸਟ ਆ ਮੁੰਡਾ ਜੀ, ਤੇ ਕਹਿਣ ਨੂੰ ਸਿੱਖਿਆ ਤੇ ਉਹਨੇ ਇੰਸਟਾਗ੍ਰਾਮ ਦੇ ਉੱਤੇ ਅਕਾਊਂਟ ਆ ਜੀ ਸਿੱਖ ਆਰਕਾਈਵ ਕਰਕੇ ਜੀ। ਤੇ ਉਹ ਲਿਖਦਾ ਵੀ ਹੁਣ ਤੁਸੀਂ ਮਤਲਬ ਵੀ ਹੈਰਾਨ ਹੋ ਜੂਗੇ ਵੀ ਕਹਿੰਦਾ ਵੀ ਇਹ ਮਰਿਆਦਾ ਜਿਹੜੀ ਨਾ 18ਵੀਂ ਸਦੀ ਦੀ ਪ੍ਰੇਮ ਸਮਾਰਗ ਗ੍ਰੰਥ ਕਰਕੇ ਆ, ਉਹਦੇ ਵਿੱਚ ਇਹ ਭਈ ਨਿਆਣੇ ਦਾ ਜਦੋਂ ਜਨਮ ਹੁੰਦਾ ਆ, ਉਹਦੇ ਵਿੱਚ ਕੁੜੀ ਬਾਰੇ ਇਹ ਲਿਖਿਆ ਆ ਭਈ 9ਵੇਂ ਦਿਨ, ਜਦੋਂ ਬਰਥ ਤੋਂ ਬਾਅਦ, ਜਨਮ ਤੋਂ ਬਾਅਦ 9ਵੇਂ ਦਿਨ ਮਾਂ ਨੇ ਤੇ ਧੀ ਨੇ ਭਈ ਇਸ਼ਨਾਨ ਕਰਨਾ ਆ। ਤੇ ਫਿਰ ਵੀ ਮਾਂ ਨੇ ਉਹਨੂੰ, ਧੀ ਨੂੰ ਨਾ ਲਾਲ ਰੰਗ ਦਾ ਕੱਪੜਾ ਪਵਾ ਕੇ ਤੇ ਉਹਨੂੰ ਇਹ 2 ਧਾਰੀ ਤਲਵਾਰ ਦੇ ਨਾਲ ਭਈ ਫਿਰ ਉਹਨੂੰ ਇਹ ਦੂਸਰਾ ਅੰਮ੍ਰਿਤ ਛਕਾਉਣਾ ਆ। ਓਕੇ। ਤੇ ਉਹਦੇ ਨਾਮਕਰਨ ਵੇਲੇ ਨਾਮ ਦੇ ਨਾਲ ਦੇਵੀ ਲਾਉਣਾ ਆ। ਠੀਕ ਹੈ। ਸੋ ਮਤਲਬ ਭਈ ਤੁਸੀਂ ਹੁਣ ਇਹ ਵੇਖੋ, ਫਿਰ ਉਹਦੇ ਨੱਕ ਤੇ ਕੰਨ ਜਿਹੜੇ ਆ ਵੀ ਉਹ ਬਿੰਨਣੇ ਆ। ਠੀਕ ਹੈ। ਮਤਲਬ ਇਹ ਇੱਕ ਕੋ ਪ੍ਰੇਮ ਸਮਾਰਗ ਗ੍ਰੰਥ ਆ ਵੀ ਉਹਦੇ ਵਿੱਚ ਇਹਦੇ ਮੁਤਾਬਕ ਲਿਖਿਆ ਹੋਇਆ। ਹੁਣ ਮੈਂ ਉਹਦਾ ਨਾਮ ਜ਼ਰੂਰ ਸੁਣਿਆ ਆ ਪ੍ਰੇਮ ਸਮਾਰਗ ਗ੍ਰੰਥ ਦਾ, ਪਰ ਮੈਂ ਪੜ੍ਹਿਆ ਕਦੀ ਨਹੀਂ। ਠੀਕ ਹੈ। ਸੋ ਇਸ ਕਰਕੇ ਵੀ ਮੈਂ ਨਹੀਂ ਕਹਿ ਸਕਦਾ ਵੀ ਇਹ ਸੱਚ ਆ ਕਿ ਗਲਤ ਆ। ਪਰ ਜਿਹਨੂੰ ਮਾੜੀ ਮੋਟੀ ਵੀ ਗੁਰਮਤਿ ਦੀ ਸਮਝ ਆ, ਉਹ ਮਤਲਬ ਵੀ ਇਹ ਉਹਦੇ ਵਿੱਚ ਸੱਚ ਤੇ ਗਲਤ ਦਾ ਮਤਲਬ ਮੇਰਾ ਇਹ ਆ ਵੀ ਉਹ ਉਸ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਕਿ ਨਹੀਂ ਲਿਖਿਆ, ਉਹ ਡਿਫਰੈਂਟ ਆ। ਠੀਕ ਹੈ। ਸੋ ਉਹ ਨਹੀਂ ਮੈਨੂੰ ਪਤਾ ਜੀ। ਪਰ ਜਿਹਨੂੰ ਮਾੜੀ ਮੋਟੀ ਵੀ ਗੁਰਬਾਣੀ ਦੀ ਸਮਝ ਆ, ਉਹ ਝੱਟ ਇਹਦੇ ਉੱਤੇ ਸਵਾਲੀਆ ਚਿੰਨ੍ਹ ਲਾ ਦੂਗਾ ਵੀ ਇਹ ਸੰਭਵ ਹੀ ਨਹੀਂਗਾ ਵੀ ਇਹ ਗ੍ਰੰਥ ਜਿਹੜਾ ਆ ਵੀ ਕਿਸੇ ਸਿੱਖ ਦਾ ਲਿਖਿਆ ਹੋਵੇ। ਬਿਲਕੁਲ ਪੋਸੀਬਲ ਹੀ ਨਹੀਂ। ਠੀਕ ਹੈ। ਸੋ ਹੁਣ ਮਤਲਬ ਵੀ ਜਿਹਨੂੰ ਨਹੀਂ ਹੈਗੀ ਗੁਰਬਾਣੀ ਦੀ ਸਮਝ, ਉਹਨੇ ਕਹਿਣਾ ਆ ਵੀ ਲੈ ਹੱਦ ਹੋ ਗਈ, ਵੀ ਐਵੇਂ ਹੀ ਇਹ ਕਹੀ ਜਾਂਦੇ ਆ ਵੀ ਇਹ ਵੀ ਹਿੰਦੂਆਂ ਤੋਂ ਆਡਿਆਂ ਅਸੀਂ ਆਹ ਦੇਖੋ ਆਹ 18ਵੀਂ ਸਦੀ ਦਾ ਗ੍ਰੰਥ ਆ ਔਰ ਪ੍ਰੇਮ ਸਮਾਰਗ ਸਿੱਖਾਂ ਦਾ ਗ੍ਰੰਥ ਆ, ਤੇ ਉਹਦੇ ਵਿੱਚ ਲਿਖਿਆ ਹੋਇਆ ਵੀ ਇਹ ਵੀ ਦੇਵੀ ਆ, ਨਾਮ ਦੇ ਨਾਲ ਦੇਵੀ ਲਾਉਣਾ ਤੇ ਉਹਦੇ ਕੰਨ ਬੰਨਣੇ ਤੇ ਉਹਦੇ ਨੱਕ ਬੰਨਣਾ ਜੀ ਜੀ। ਸੋ ਉਹ ਸਾਰਾ ਕੁਝ ਜਿਹੜਾ ਆ ਵੀ
ਇਸੇ ਕਰਕੇ ਹੀ ਜਿਹੜੀ ਢਾਲ ਸਾਨੂੰ ਦਿੱਤੀ ਆ ਗੁਰੂ ਨੇ, ਬਿਲਕੁਲ ਉਹ ਗੁਰਬਾਣੀ ਦੀ ਆ, ਬਿਲਕੁਲ ਉਹ ਗੁਰਬਾਣੀ ਗਿਆਨ ਦੀ ਆ। ਜੇ ਸਾਨੂੰ ਹੁਣ ਬਾਹਮਣ ਦਾ ਜਿਹੜਾ ਪਿਛਲੇ 100 ਸਾਲ ਤੋਂ ਉੱਤੇ ਦਾ ਜਿਹੜਾ ਜ਼ੋਰ ਲੱਗਿਆ ਹੋਇਆ, ਉਹ ਇਸੇ ਚੀਜ਼ ਤੇ ਲੱਗਿਆ ਹੋਇਆ ਵੀ ਗੁਰਬਾਣੀ ਤੋਂ ਸਿੱਖ ਨੂੰ ਦੂਰ ਕਰ ਦੇਵੇ। ਬਿਲਕੁਲ ਉਹਨੇ ਅੰਮ੍ਰਿਤਸਰ ਤੋਂ ਦੂਰ ਕਰਕੇ ਵੇਖ ਲਿਆ, ਆਨੰਦਪੁਰ ਸਾਹਿਬ ਤੋਂ ਦੂਰ ਕਰਕੇ ਵੇਖ ਲਿਆ, ਹੋਰ ਜਿੱਥੋਂ ਵੀ ਕਿਤੇ ਉਹ ਸਾਨੂੰ ਜ਼ਮੀਨੀ ਤੌਰ ਦੇ ਉੱਤੇ ਕਰ ਸਕਦਾ ਸੀ ਉਹਨੇ ਕਰਕੇ ਦੇਖ ਲਿਆ। ਬਿਲਕੁਲ ਉਹਦਾ ਵਾਸ ਜਿਹੜਾ ਚੱਲਿਆ ਨਹੀਂ। ਬਿਲਕੁਲ ਸਾਨੂੰ ਉਹ ਗੁਰੂ ਦੇ ਲੜ ਤੋਂ ਨਹੀਂ ਤੋੜ ਸਕੇ। ਹੁਣ ਉਹਨੇ ਅਲਟੀਮੇਟਲੀ ਇਹ ਨਤੀਜਾ ਕੱਢਿਆ ਭਈ ਗੁਰੂ ਗ੍ਰੰਥ ਸਾਹਿਬ ਜਿਹੜਾ ਆ ਵੀ ਉਹ ਇਹਨਾਂ ਦੀ ਤਾਕਤ ਦਾ ਜ਼ਰੀਆ ਆ, ਬਿਲਕੁਲ ਉਹ ਤਾਕਤ ਦਾ ਸੋਮਾ ਆ। ਸੋ ਇਸ ਕਰਕੇ ਭਈ ਉਹ ਤੋਂ ਸਿੱਖ ਨੂੰ ਤੋੜ ਦਿਓ ਤੇ ਫਿਰ ਜੋ ਮਰਜ਼ੀ ਇਹਨੂੰ ਪਰੋਸ ਕੇ ਦੇਈ ਚੱਲੋ ਸਿੱਖੀ ਦੇ ਨਾਂ ਤੇ, ਇਹਨੇ ਉਦਾਂ ਹੀ ਮਤਲਬ ਖਾਈ ਜਾਣਾ। ਉਹਨੂੰ ਇਹ ਵੀ ਨਹੀਂ ਦੇਖਣਾ ਵੀ ਫਾਇਦਾ ਕਰ ਰਿਹਾ ਨੁਕਸਾਨ ਕਰ ਰਿਹਾ। ਬਿਲਕੁਲ ਜੀ। ਨਹੀਂ, ਇਹਦੇ ਵਿੱਚ ਵੀ ਭਾਈ ਉਹ ਬੜੇ ਤਰੀਕੇ ਨਾਲ ਤੋੜ ਰਹੇ ਆ ਨਾ। ਜਦੋਂ ਉਹ ਸਿੱਧੇ ਤੌਰ ਤੇ ਤੋੜਨਗੇ ਸਾਨੂੰ ਛੇਤੀ ਸਮਝ ਆ ਜਾਣੀ ਹੈ, ਸਿੱਖਾਂ ਨੂੰ ਛੇਤੀ ਸਮਝ ਆ ਜਾਣਗੇ ਕਿ ਜਦੋਂ ਜੇ ਕਿਤੇ ਗੁਰੂ, ਹੁਣ ਜਿੱਦਾਂ ਮੰਨ ਲਓ ਉਦਾਹਰਨ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਇਆ, ਸਰੂਪਾਂ ਦਾ ਨਿਰਾਦਰ ਕੀਤਾ ਗਿਆ ਤੇ ਸਾਰੇ ਸਿੱਖਾਂ ਨੂੰ ਗੁੱਸਾ ਆਇਆ ਕਿ ਭਾਈ ਸਾਡਾ ਜਿਹੜਾ ਇਸ਼ਟ ਹੈ ਉਹਦਾ ਨਿਰਾਦਰ ਕੀਤਾ ਗਿਆ। ਸਮਝ ਲੱਗ ਗਈ ਕਿ ਭਾਈ ਇਸ ਤਰੀਕੇ ਨਾਲ ਨਿਰਾਦਰ ਹੋ ਰਿਹਾ ਹੈ ਤੇ ਸਿੱਖਾਂ ਨੂੰ ਗੁੱਸਾ ਆਉਣਾ ਆ। ਲੇਕਿਨ ਜਦੋਂ ਜਿੱਦਾਂ ਆਪਾਂ ਪਿੱਛੇ ਜਿਹੀ ਗੱਲ ਕਰਕੇ ਹਟੇ, ਜਿਹੜੀ ਮਿੱਠੀ ਜ਼ਹਿਰ ਦੇਣੀ ਹੈ, ਜਦੋਂ ਭੰਬਲ ਪੂਸੇ 'ਚ ਪਾ ਦੇਣਾ ਆ ਸਿੱਖਾਂ ਨੂੰ, ਜਦੋਂ ਸਿਧਾਂਤ ਤੋਂ ਤੋੜ ਦੇਣਾ ਬੇਸਿਕਲੀ, ਫਿਰ ਜਿੱਦਾਂ ਮਰਜ਼ੀ ਤੁਸੀਂ ਨਿਰਾਦਰ ਕਰੀ ਚਲੋ, ਸਾਨੂੰ ਗੁੱਸਾ ਵੀ ਨਹੀਂ ਆਉਣਾ ਹੈਗਾ। ਹੁਣ ਰੀਸੈਂਟਲੀ ਹੁਣ ਇੱਥੇ ਦੇ ਜਿਹੜੇ ਇੱਥੇ ਦਾ ਨਿਊਜ਼ੀਲੈਂਡ ਤੇ ਖੱਪ ਕਰੇੜੇ ਰੌਲਾ ਪਾਈ ਜਾਂਦੇ ਕਿ ਜਿਹੜੀ ਦੀਵਾਲੀ ਜਿਨ੍ਹਾਂ ਦੀ ਉਹਨਾਂ ਨੂੰ ਮੁਬਾਰਕ, ਤੇ ਦੀਵਾਲੀ ਦੇ ਨਾਂ ਤੇ ਬੰਦੀ ਛੋੜ ਮਨਾਉਣ ਵਾਲਿਆਂ ਨੂੰ ਲਾਣਤਾਂ। ਤੇ ਹੁਣ ਉੱਧਰੋਂ ਢੱਡਰੀਆਂ ਵਾਲਾ ਦੀਵਾਲੀ ਮਨਾਈ ਜਾਂਦਾ ਆ। ਹੁਣ ਢੱਡਰੀਆਂ ਵਾਲਾ ਦੀਵਾਲੀ ਮਨਾ ਰਿਹਾ ਆ ਕਿ ਦੀਵਾਲੀ ਸਿੱਖਾਂ ਦਾ ਤਿਉਹਾਰ ਆ। ਦੱਸੋ, ਮਤਲਬ ਇਹ ਇੱਕ ਹੁਣ ਤੁਸੀਂ ਇਹ ਦੇਖੋ ਕਿ ਕਿਹੜੇ ਤਰੀਕੇ ਦੇ ਨਾਲ ਹਿੰਦੂਆਂ ਦੇ ਵਿੱਚ ਰਲਾਇਆ ਜਾ ਰਿਹਾ, ਰਲਗੜ ਕੀਤਾ ਜਾ ਰਿਹਾ ਆ ਦੀਵਾਲੀ ਮਨਵਾ ਕੇ। ਹੁਣ ਢੱਡਰੀਆਂ ਵਾਲੇ ਨੇ ਉੱਥੇ ਦੀਵਾਨ ਲਾਇਆ ਆ, ਉੱਥੇ ਆਪਣੇ ਪਤਾ ਨਹੀਂ ਆਪਣੇ ਬੰਦੇ ਸੱਦ ਕੇ ਉਹ ਸਾਰਾ ਉਹਨਾਂ ਨੇ ਕੀਤਾ ਆ ਨਾ, ਕਿ ਕਹਿੰਦੇ ਜੀ ਅਸੀਂ ਤੇ ਪੀਜ਼ਾ ਪਾਰਟੀਆਂ ਕੀਤੀਆਂ, ਇਹ ਕੀਤਾ ਉਹ ਕੀਤਾ ਆ, ਤੇ ਇੱਕ ਤਰੀਕੇ ਨਾਲ ਦੀਵਾਲੀ ਮਨਾਈ ਉਹਨਾਂ ਦੇ। ਉਹ ਉਹਨਾਂ ਦੇ ਪੇਜ ਤੇ ਵੀ ਪਿਆ ਆ, ਕੋਈ ਵੀ ਜਾ ਕੇ ਦੇਖ ਸਕਦਾ ਹੈਗਾ ਆ। ਤੇ ਕਹਿਣ ਦਾ ਭਾਵ ਹੈ ਕਿ ਕਿਹੜੇ ਤਰੀਕੇ, ਹੁਣ ਉਹ ਦੀਵਾਲੀ ਮਨਾ ਕੌਣ ਰਹੇ ਆ ਉੱਥੇ, ਉਹ ਸਿੱਖ ਨੇ ਕਿ ਕੌਣ ਨੇ ਉਹ, ਕਿ ਉਹ ਉਹਨਾਂ ਨੂੰ ਵਰਗਲਾਇਆ ਗਿਆ, ਕਿਹੜੇ ਤਰੀਕੇ ਨਾਲ ਵਰਗਲਾਇਆ ਗਿਆ ਕਿ ਉਹ ਦੀਵਾਲੀ ਮਨਾਉਣ ਤੱਕ ਚਲੇ ਗਏ ਤੇ ਉਹਨਾਂ ਨੂੰ ਕੋਈ ਉਹਨਾਂ ਦੇ ਵਿੱਚ ਪ੍ਰੋਬਲਮ ਨਹੀਂ ਲੱਗੀ। ਉਹ ਸਾਰੇ ਨਾਲੇ ਉਹ ਸਾਰੇ ਦਾ ਸਾਰਾ ਜਿੰਨਾ ਵੀ ਉਹ ਗਰੁੱਪ ਹੋਊਗਾ, ਅਕਸਰ ਆਮ ਸਿੱਖ ਤਾਂ ਨਹੀਂ ਹੋਊਗਾ, ਉਹ ਕੋਈ ਕੀਰਤਨੀਆ ਹੋਣਾ ਆ, ਕੋਈ ਕਥਾਕਾਰ ਹੋਣਾ ਆ, ਕੋਈ ਰਾਗੀ ਸਿੰਘ ਹੋਣਾ ਆ, ਉਹ ਸਾਰੇ ਦੇ ਸਾਰੇ ਉੱਥੇ ਬਹਿ ਕੇ ਹੁਣ ਦੀਵਾਲੀ ਮਨਾਉਣਦੇ ਆ ਤੇ ਵਧਾਈਆਂ ਦਿੰਦੇ ਫਿਰਦੇ ਦੀਵਾਲੀ ਦੀਆਂ। ਉਹ ਵੀ ਗੱਲ ਆ। ਦੂਜਾ ਇਹ ਵੀ ਦੇਖ ਲਓ ਵੀ ਆ ਜਿਹੜਾ ਇਲੈਕਟ ਹੋਇਆ ਆ ਆਪਣਾ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਜੋ ਬਾਈਡਨ, ਹਾਂਜੀ, ਉਹਨੇ ਦੀਵਾਲੀ ਦੇ ਉੱਤੇ ਸੰਦੇਸ਼ ਜਾਰੀ ਕੀਤਾ ਜੀ ਵੀ ਦੀਵਾਲੀ ਦਾ, ਵੀ ਦੀਵਾਲੀ ਦੀਆਂ ਵਧਾਈਆਂ, ਜਿਹਦੇ ਵਿੱਚ ਉਹ ਕਹਿੰਦਾ ਵੀ ਹਿੰਦੂਆਂ ਨੂੰ, ਸਿੱਖਾਂ ਨੂੰ ਤੇ ਬੋਧੀਆਂ ਨੂੰ ਵਧਾਈਆਂ ਦੀਵਾਲੀ ਦੀਆਂ। ਜੀ ਪੜਿਆ ਮੈਂ। ਹੁਣ ਮਤਲਬ ਵੀ ਤੁਸੀਂ ਇਹ ਦੇਖੋ ਵੀ ਕਿਹੜਾ ਬੰਦਾ ਆ ਵੀ ਜਿਹੜਾ ਉਹਨੂੰ ਇਹ ਐਡਵਾਈਜ਼ ਕਰ ਰਿਹਾ, ਉਹਨੂੰ ਇਹ ਸਲਾਹ ਦੇ ਰਿਹਾ ਆ ਵੀ ਦੀਵਾਲੀ ਜਿਹੜੀ ਆ ਉਹ ਬੋਧੀ ਵੀ ਮਨਾਉਂਦੇ ਨੇ ਤੇ ਸਿੱਖ ਵੀ ਮਨਾਉਂਦੇ ਨੇ। ਬਿਲਕੁਲ ਬਿਲਕੁਲ ਠੀਕ ਆ ਜੀ। ਹੁਣ ਉੱਥੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਕਿਵੇਂ ਜਿਹੜੀ ਮਿਸ ਇਨਫੋਰਮੇਸ਼ਨ ਆ, ਜਿਹੜੀ ਗਲਤ ਜਾਣਕਾਰੀ ਆ, ਵੀ ਉਹ ਕਿਵੇਂ ਸਾਰੀ ਦੁਨੀਆ 'ਚ ਫੈਲਾਈ ਜਾ ਰਹੀ ਹੈ। ਬਿਲਕੁਲ ਫੈਲਾਈ ਜਾ ਰਹੀ। ਔਰ ਦੂਜਾ ਵੇਖ ਲਓ ਵੀ ਜਿਹੜਾ ਹੈਗਾ ਨਾ ਵੀ ਹੁਣ ਸਾਡੇ ਲਈ ਗੁਰੂ ਦਾ ਪ੍ਰਕਾਸ਼ ਦਿਹਾੜਾ ਹੁੰਦਾ, ਗੁਰਪੁਰਬ ਹੁੰਦਾ ਜੀ। ਜਿਹੜੇ ਬਾਹਮਣ ਆ ਇਹਨਾਂ ਨੇ ਈਵਨ ਉਹ ਵੀ ਸ਼ਬਦ ਜਿਹੜੇ ਆ ਸਾਡੇ ਉਹ ਵੀ ਬਦਲ ਦਿੱਤੇ ਆ। ਇਹ ਲਿਖਦੇ ਨੇ ਜਯੰਤੀ ਆ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਹੀਂ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਨਹੀਂ, ਗੁਰੂ ਨਾਨਕ ਜਯੰਤੀ। ਹੁਣ ਗੁੱਸਾ ਮੈਨੂੰ ਉਸ ਵੇਲੇ ਆਇਆ ਵੀ ਜਦੋਂ ਪੋਪ ਜਿਹੜਾ ਕੈਥੋਲਿਕਸ ਦਾ ਹੈਡ ਆ, ਉਹਨੇ ਸੰਦੇਸ਼ ਜਾਰੀ ਕੀਤਾ ਜੀ। ਪਿਛਲੇ ਸਾਲ ਦੀ ਗੱਲ ਆ, ਇਸ ਸਾਲ ਦਾ ਤਾਂ ਮੈਂ ਦੇਖਿਆ ਨਹੀਂ ਅਜੇ। ਪਿਛਲੇ ਸਾਲ ਜਿਹੜਾ ਸੰਦੇਸ਼ ਜਾਰੀ ਕੀਤਾ ਉਹਦੇ ਵਿੱਚ ਉਹਨੇ ਲਿਖਿਆ ਵੀ ਸਿੱਖ ਕਮਿਊਨਿਟੀ ਨੂੰ ਅੰਗਰੇਜ਼ੀ ਦੇ ਵਿੱਚ ਗੁਰੂ ਨਾਨਕ ਜਯੰਤੀ ਦੀਆਂ ਵਧਾਈਆਂ। ਦੱਸੋ। ਸੋ ਹੁਣ ਮਤਲਬ ਵੀ ਕਿਹੜੇ ਸਲਾਹਕਾਰ ਨੇ ਜਾਂ ਕਿੱਦਾਂ ਇਨਫੋਰਮੇਸ਼ਨ ਜਿਹੜੀ ਗਲਤ ਜਿਹੜੀ ਸ਼ਬਦਾਵਲੀ ਆ ਉਹ ਸਾਰਾ ਕੁਝ ਜਿਹੜਾ ਸਾਰੀ ਦੁਨੀਆ ਦੇ ਵਿੱਚ ਫੈਲਾਇਆ ਜਾ ਰਿਹਾ, ਭਈ ਜਿਹਦੇ ਵਿੱਚ ਇੱਕ ਤਰ੍ਹਾਂ ਲੱਗ ਲਓ ਸਾਡੀ ਆਪਣੀ ਵੀ ਨਲਾਇਕੀ ਆ, ਭਈ ਜਿਹੜੀ ਸਾਡੀ ਸ਼ਬਦਾਵਲੀ ਆ ਉਹਨੂੰ ਅਸੀਂ ਪ੍ਰੋਪੇਗੇਟ ਵੀ ਨਹੀਂ ਕਰ ਰਹੇ ਹੈਗੇ। ਬਿਲਕੁਲ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਧਿਆਨ ਮੰਗਦੀਆਂ ਆ ਜੀ। ਬਿਲਕੁਲ। ਭਈ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਰੋਲ ਆ ਉਹ ਨਿਭਾਉਣ ਦੀ ਲੋੜ ਆ। ਨਹੀਂ, ਸਹੀ ਗੱਲ ਹੈ ਭਾਜੀ, ਇਹ ਜ਼ਰੂਰ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਬਹੁਤ ਅਹਿਮ ਨੇ, ਸਾਨੂੰ ਸਾਰਿਆਂ ਨੂੰ ਇਸ ਵੱਲ ਧਿਆਨ ਵੀ ਦੇਣਾ ਚਾਹੀਦਾ ਹੈ। ਬਿਲਕੁਲ। ਫਿਰ ਅੱਗੇ ਲਿਖਦੇ ਹਨ ਕਿ ਜਿਸ ਟੱਬਰ ਤੇ ਸਮਾਜ ਵਿੱਚ ਇਨਸਾਨ ਜੰਮਦਾ ਹੈ ਉਸ ਨਾਲ ਸੰਬੰਧ ਵੀ ਪੂਰਬਲੇ ਇਸ ਜਨਮ ਤੋਂ ਪਹਿਲੇ ਦੇ ਕਰਮਾਂ ਦਾ ਸਦਕਾ ਬਣਦੇ ਹਨ। ਇਹ ਮਨੁੱਖੀ ਜੀਵਨ ਦਾ ਜ਼ਰੂਰੀ ਅੰਗ ਹਨ। ਇਹਨਾਂ ਤੋਂ ਨਾ ਹੀ ਨਸ ਜਾਣਾ ਚਾਹੀਦਾ ਅਤੇ ਨਾ ਹੀ ਇਹਨਾਂ ਵਿੱਚ ਖਪਤ ਹੀ ਹੋਣਾ ਚਾਹੀਦਾ ਹੈ।
ਕਿਉਂਕਿ ਇਹਨਾਂ ਜੀਵਾਂ ਨਾਲ ਮੇਲ ਸੰਬੰਧ ਪਰਮਾਤਮਾ ਦੀ ਰਜ਼ਾ ਮੁਜਬ ਹੋਇਆ ਹੈ। ਇਹਨਾਂ ਸੰਬੰਧੀ ਫਰਜ਼ ਪੂਰੇ ਕਰਨੇ ਇਨਸਾਨ ਲਈ ਜ਼ਰੂਰੀ ਹਨ, ਕਿਉਂਕਿ ਪਰਮਾਤਮਾ ਸਭ ਜੀਵਾਂ ਵਿੱਚ ਵਸਦਾ ਹੈ। ਹੁਣ ਇੱਥੇ ਜਿਹੜਾ ਹੈਗਾ ਨਾ ਵੀ ਇਹ ਜਿਹੜੀ ਸਟੇਟਮੈਂਟ ਜੇ ਹਿਸਾਬ ਨਾਲ ਦੇ ਦਿੱਤੀ ਗਈ ਆ ਜੀ, ਵੀ ਉਹ ਇਦਾਂ ਦੇ ਦਿੱਤੀ ਗਈ ਆ ਵੀ ਜਿੱਦਾਂ ਵੀ ਇਹ ਸਾਬਤ ਹੋਇਆ ਸੱਚ ਆ ਜੀ, ਵੀ ਇਹ ਬਸ ਮਤਲਬ ਅਨਕੁਐਸਚਨੇਬਲ ਆ ਵੀ ਇੱਕ ਸਟੇਟਮੈਂਟ ਜਿਹੜੀ ਉਹ ਇਦਾਂ ਦੇ ਦਿੱਤੀ ਗਈ ਵੀ ਇਹ ਸੈਲਫ ਐਵੀਡੈਂਟ ਟਰੂਥ ਆ, ਬਿਲਕੁਲ, ਵੀ ਜਦ ਕਿ ਹੈ ਨਹੀਂਗਾ। ਹੂੰ, ਕਿਉਂਕਿ ਉਹਦੇ ਵਿੱਚ ਇਹ ਆ ਵੀ ਜਿਹੜੀ ਹੈਗੀ ਨਾ ਗੱਲ ਵੀ ਇਹ ਵੀ ਪੂਰਬਲੇ ਜਨਮ ਜਿਹੜੇ ਆ ਵੀ ਉਹ ਡਿਸਾਈਡ ਕਰਦੇ ਆ ਵੀ ਤੁਸੀਂ ਕਿਹੜੇ ਘਰ 'ਚ ਜਨਮ ਲੈਣਾ ਜਾਂ ਕਿੱਦਾਂ। ਤੇ ਉਹ ਇੱਦਾਂ ਹੀ ਆ ਵੀ ਜਿੱਦਾਂ ਇਹ ਕਹਿ ਦੇਣਾ ਵੀ ਇਹ ਵੀ ਮਰਨੇ ਤੋਂ ਬਾਅਦ ਵੀ ਇੱਦਾਂ ਹੁੰਦਾ ਫਿਰ ਇੱਦਾਂ ਹੁੰਦਾ ਫਿਰ ਇੱਦਾਂ ਹੁੰਦਾ। ਸਹੀ ਗੱਲ। ਕਿਉਂਕਿ ਜਿਹੜਾ ਇਹ ਹੈ ਨਾ ਵੀ ਇਹਨੂੰ ਸਪੈਕੂਲੇਸ਼ਨ ਕਹਿ ਸਕਦੇ ਆ ਤੁਸੀਂ ਵੀ ਇਹ ਐਕਸਪਲੇਨ ਕਰਨੇ ਲਈ ਵੀ ਕਿਸੇ ਨੇ ਸਵਾਲ ਕੀਤਾ ਭਈ ਉਹ ਫਲਾਨਾ ਨਿਆਣਾ ਜਿਹੜਾ ਵੀ ਉਹ ਐਡੇ ਅਮੀਰ ਘਰ 'ਚ ਜੰਮ ਪਿਆ ਬਿਲਕੁਲ, ਤੇ ਆਹ ਫਲਾਨਾ ਨਿਆਣਾ ਜਿਹੜਾ ਉਹ ਐਡੇ ਗਰੀਬੜਾਂ ਦੇ ਘਰੇ ਜੰਮ ਪਿਆ ਵੀ ਇਹਦਾ ਕੀ ਕਾਰਨ ਆ ਜੀ। ਜਦੋਂ ਤੁਸੀਂ ਉਹਨੂੰ ਇੱਦਾਂ ਐਕਸਪਲੇਨ ਕਰਨ ਲੱਗ ਪੋਗੇ ਤੇ ਫਿਰ ਤੁਸੀਂ ਬਾਹਮਣਵਾਦ ਦੀ ਜਿਹੜੀ ਆ ਵੀ ਉਹ ਜਾਲ ਦੇ ਵਿੱਚ ਡਿੱਗ ਪੈਣਾ। ਜਦ ਕਿ ਜਿਹੜੀ ਤੁਹਾਨੂੰ ਤੱਥ ਜਿਹੜਾ ਆ ਵੀ ਉਹ ਦਿਮਾਗ 'ਚ ਰੱਖਣੇ ਦੀ ਲੋੜ ਆ ਵੀ ਉਹ ਇਹ ਆ ਵੀ ਅਮੀਰੀ ਤੇ ਗਰੀਬੀ ਜਿਹੜੀ ਆ ਉਹ ਰੱਬ ਨੇ ਨਹੀਂ ਬਣਾਈ। ਬਿਲਕੁਲ। ਜਦੋਂ ਤੁਸੀਂ ਇਹ ਨੁਕਤਾ ਚੰਗੀ ਤਰ੍ਹਾਂ ਸਮਝ ਲੈਣਾ ਆ ਫਿਰ ਤੁਹਾਨੂੰ ਇਹ ਟਪਲਾ ਨਹੀਂ ਪੈਣਾ ਭਈ ਜਿਹੜਾ ਜਨਮ ਆ ਕਿਸੇ ਦਾ ਜੀ ਉਹ ਐਜ਼ ਸਜ਼ਾ ਜਾਂ ਐਜ਼ ਰਿਵਾਰਡ ਜਿਹੜਾ ਆ ਵੀ ਉਹ ਦਿੱਤਾ ਜਾ ਰਿਹਾ। ਬਿਲਕੁਲ। ਵੀ ਅਮੀਰ ਘਰ ਦੇ ਵਿੱਚ ਤੁਹਾਨੂੰ ਰਿਵਾਰਡ ਮਿਲ ਰਿਹਾ ਵੀ ਕਿਉਂਕਿ ਤੁਸੀਂ ਪਿਛਲੇ ਜਨਮ ਦੇ ਵਿੱਚ ਵੀ ਕਰਮ ਬੜੇ ਚੰਗੇ ਕਰਤੇ ਉਹ ਬਾਹਮਣਵਾਦ ਆ। ਬਿਲਕੁਲ। ਪਰ ਜੇ ਤੁਸੀਂ ਇਹਨੂੰ ਅਜੇ ਵੀ ਤੁਹਾਡੇ ਦਿਮਾਗ ਦੇ ਵਿੱਚ ਸ਼ੱਕ ਆ ਜਾਂ ਕਨਫਿਊਜ਼ਨ ਆ ਵੀ ਨਹੀਂ ਇੱਦਾਂ ਕਿੱਦਾਂ, ਫਿਰ ਤੁਸੀਂ ਬੜਾ ਸਿੰਪਲ ਜਿਹਾ ਇੱਕ ਐਕਸਪੈਰੀਮੈਂਟ ਕਰ ਲਓ ਭਈ ਜੇ ਬੰਦਿਆਂ ਨੂੰ ਕਰ ਦਿਓ ਪਾਸੇ, ਕਿਸੇ ਪੰਛੀਆਂ ਨੂੰ ਲੈ ਲਓ, ਜਾਨਵਰਾਂ ਨੂੰ ਲੈ ਲਓ, ਕਿਸੇ ਵੀ ਕਿਸਮ ਦਾ ਕੋਈ ਵੀ ਪੰਛੀ ਪਰਿੰਦਾ ਜਾਂ ਕੋਈ ਜਾਨਵਰ ਲੈ ਲਓ ਜੀ, ਉਹਦੇ ਵਿੱਚ ਦੇਖੋ ਭਈ ਕੋਈ ਐਸਾ ਸਿਸਟਮ ਹੈਗਾ ਭਈ ਜਿਹਦੇ ਵਿੱਚ ਤੁਸੀਂ ਇਹ ਡਿਸਾਈਡ ਕਰੋ ਭਈ ਅੱਛਾ ਵੀ ਉਹ ਫਲਾਣੇ ਸ਼ੇਰ ਦੇ ਘਰੇ ਜਿਹੜਾ ਨਿਆਣਾ ਜੰਮਿਆ ਭਈ ਉਹ ਪਿਛਲੇ ਜਨਮ ਦੇ ਚੰਗੇ ਕਰਮਾਂ ਕਰਕੇ ਉਹਨੂੰ ਚੰਗਾ ਨਾਮ ਮਿਲਿਆ ਤੇ ਜਿਹੜਾ ਉਹ ਫਲਾਣੇ ਸ਼ੇਰ ਦੇ ਘਰੇ ਨਿਆਣਾ ਜੰਮ ਪਿਆ ਭਈ ਉਹਨੂੰ ਸਜ਼ਾ ਮਿਲੀ ਆ ਕਿਉਂਕਿ ਉਹਨੇ ਪਿਛਲੇ ਜਨਮ ਦੇ ਵਿੱਚ ਕੰਮ ਮਾੜੇ ਕੀਤੇ। ਬਿਲਕੁਲ। ਤੇ ਜੇ ਅਜੇ ਵੀ ਕਨਫਿਊਜ਼ਨ ਆ ਤੇ ਸਾਰੀ ਦੁਨੀਆ ਦੇ ਵਿੱਚੋਂ ਪੈਸਾ ਜਿਹੜਾ ਆ ਉਹ ਖਤਮ ਕਰ ਦਿਓ ਜੀ ਭਈ ਜਿੱਦਾਂ ਰੱਬ ਨੇ ਬਣਾਈ ਸੀ ਜ਼ਮੀਨ ਤੇ ਧਰਤੀ ਤੇ ਜਿਹੜੇ ਲੋਕ ਨੇ ਲੁਕਾਈ ਜਿਹੜੀ ਬਣਾਈ ਆ ਜੀ ਉੱਥੇ ਵਾਪਸ ਚਲ ਜਾਓ ਵੀ ਜਦੋਂ ਅਜੇ ਪੈਸਾ ਨਹੀਂ ਬਣਿਆ, ਜਦੋਂ ਅਜੇ ਲੋਕਾਂ ਨੇ ਜਿਹੜਾ ਆ ਵੀ ਘਰਾਂ ਦੇ ਵਿੱਚ ਰਹਿਣਾ ਨਹੀਂ ਸ਼ੁਰੂ ਕੀਤਾ, ਖੇਤੀਬਾੜੀ ਨਹੀਂ ਸ਼ੁਰੂ ਕੀਤੀ ਤੇ ਇੱਕ ਥਾਂ ਤੇ ਨਹੀਂ ਟਿਕਦੇ ਜੀ। ਜਿੱਧਰ ਪਾਣੀ ਜਿਹੜਾ ਆ ਨਦੀਆਂ ਦਾ ਉਹ ਲੈ ਕੇ ਜਾਂਦਾ ਸੀ ਵੀ ਉਧਰ ਚੱਲ ਜਾਂਦੇ ਸੀ ਤੇ ਜਿੱਥੇ ਖਾਣਾ ਪੀਣਾ ਹੁੰਦਾ ਸੀ ਵੀ ਉਧਰ ਨੂੰ ਤੁਰ ਪੈਂਦੇ ਸੀ। ਉਸ ਸਮੇਂ ਦੇ ਵਿੱਚ ਕੀ ਇਹ ਜਿਹੜੇ ਪਿਛਲੇ ਜਨਮ ਵਾਲੇ ਜਿਹੜੇ ਹੈਗੇ ਆ ਕਰਮਾਂ ਦਾ ਵੀ ਫਲ ਤੇ ਸਜ਼ਾ ਜਿਹੜੀ ਆ ਵੀ ਉਹ ਲਾਗੂ ਹੁੰਦੀ? ਸਹੀ ਗੱਲ, ਨਹੀਂ ਹੁੰਦੀ, ਹੋ ਵੀ ਨਹੀਂ ਸਕਦੀ। ਸੋ ਇਸ ਕਰਕੇ ਭਈ ਤਪਲਾ ਉਦੋਂ ਖਾਂਦੇ ਆ ਅਸੀਂ ਜਦੋਂ ਅਸੀਂ ਇਹ ਸਮਝ ਲਈਦਾ ਭਈ ਅਮੀਰੀ ਤੇ ਗਰੀਬੀ ਜਿਹੜੀ ਆ ਉਹ ਰੱਬ ਦੀ ਬਣਾਈ ਆ ਜੀ। ਸੋ ਸਾਨੂੰ ਲੋੜ ਇਸ ਚੀਜ਼ ਦੀ ਆ ਵੀ ਜੋ ਬੰਦੇ ਨੇ ਇਸ ਦੁਨੀਆ ਦਾ ਰੂਪ ਬਣਾਤਾ ਨਾ, ਜਿਹੜੀਆਂ ਚੀਜ਼ਾਂ ਬੰਦੇ ਨੇ ਇੰਟਰੋਡਿਊਸ ਕੀਤੀਆਂ ਉਹ ਚੀਜ਼ਾਂ ਨੂੰ ਅਸੀਂ ਪਾਸੇ ਕਰਕੇ ਫੇਰ ਜਿਹੜਾ ਰੱਬੀ ਸਿਸਟਮ ਆ ਉਹਨੂੰ ਸਮਝਣੇ ਦੀ ਕੋਸ਼ਿਸ਼ ਕਰੀਏ। ਕਿਉਂਕਿ ਫੇਰ ਇਹ ਵੀ ਹੋ ਜਾਂਦਾ ਵੀ ਜਿਹੜਾ ਬੰਦਾ ਮੰਨ ਲਓ ਭਈ ਐਜ਼ ਇੱਕ ਉਦਾਹਰਣ ਹੀ ਲਓ ਭਈ ਪੰਜਾਬ ਦੇ ਵਿੱਚ ਰਹਿੰਦਾ ਹੋਵੇ ਜੀ ਤੇ ਉੱਥੇ ਬੜਾ ਚੰਗਾ ਕੰਮ ਕਰਦਾ ਹੋਵੇ ਭਈ ਜ਼ਿੰਦਗੀ ਜਿਹੜੀ ਆ ਵੀ ਬੜੀ ਸੋਹਣੀ ਉਹਨੇ ਗੁਜ਼ਾਰੀ ਆ ਵੀ ਚੰਗੇ ਕਰਮ ਕਰ ਕਰਕੇ। ਹੁਣ ਤੁਸੀਂ ਇਹ ਦੱਸੋ ਭਈ ਅਗਲੇ ਜਨਮ ਦੇ ਵਿੱਚ ਉਹਨੂੰ ਸਜ਼ਾ ਜਿਹੜੀ ਆ ਭਈ ਉਹਦੇ ਵਜੋਂ ਬਿਹਾਰ ਦੇ ਵਿੱਚ ਜਨਮ ਲੈਣਾ ਚਾਹੀਦਾ ਕਿ ਅਵਾਰਡ ਵਜੋਂ ਕੈਨੇਡਾ ਜਾਂ ਅਮਰੀਕਾ 'ਚ ਜਨਮ ਲੈਣਾ ਚਾਹੀਦਾ? ਬਿਲਕੁਲ ਨਹੀਂ। ਜਦੋਂ ਇਹ ਕੈਲਕੂਲੇਸ਼ਨ ਆ ਭਾਈ ਜਦੋਂ ਕਰਦੇ ਆ ਸਾਰੀ ਪਿਕਚਰ ਕਲੀਅਰ ਹੋ ਜਾਂਦੀ ਹੈਗੀ ਕਿ ਇਹ ਮਤਲਬ ਗੱਲ ਹੋਈ ਹੈ ਨਾ ਕਿ ਸਮਝਣ ਵਾਸਤੇ ਅਸੀਂ ਫਾਰਮੂਲੇ ਲਾਉਂਦੇ ਆ। ਹੁਣ ਜਿੱਦਾਂ ਮੈਥ ਦੀ ਕੋਈ ਇਕੁਏਸ਼ਨ ਆ ਜਿਹਦੇ ਫਾਰਮੂਲੇ ਬਣੇ ਆ, ਕੋਈ ਚੀਜ਼ ਸਮਝ ਨਹੀਂ ਆ ਉਹ ਫਾਰਮੂਲਾ ਲਾ ਕੇ ਦੇਖ ਲਓ ਤੁਹਾਨੂੰ ਆਨਸਰ ਉਹਦਾ ਮਿਲ ਜਾਣਾ ਹੈਗਾ। ਇੱਦਾਂ ਹੀ ਇਹ ਚੀਜ਼ਾਂ ਹੈਗੀਆਂ ਫਿਲਾਸਫੀ ਦੀ, ਜਦੋਂ ਤੁਸੀਂ ਗੱਲਾਂ ਕਰਦੇ ਆ ਜਿਹੜੇ ਥਿਓਰੀਆਂ ਹੈਗੀਆਂ ਫਾਰਮੂਲੇ ਹੈਗੇ ਲਾ ਕੇ ਦੇਖ ਲਓ ਤੁਹਾਨੂੰ ਆਪਣੇ ਆਪ ਉਹਦੇ ਜਵਾਬ ਮਿਲ ਜਾਣੇ ਆ। ਤੇ ਜਿੰਨਾ ਕਿ ਇਹਨਾਂ ਨੇ ਜਿਹੜਾ ਬਾਹਮਣਵਾਦ ਸੀਗਾ ਉਹ ਸੀਗਾ ਹੀ ਇਹਨਾਂ ਦੇ ਉੱਤੇ ਖੜਾ ਕਿ ਪਿਛਲੇ ਜਨਮ ਦੇ ਕਰਮ ਆ ਜੀ, ਤੁਹਾਡੇ ਅਗਲੇ ਜਨਮ 'ਚ ਤੁਹਾਨੂੰ ਚੰਗਾ ਜੀਵਨ ਦੇਵਾਂਗੇ ਜਾਂ ਸਵਰਗ ਨਰਕ ਉਹ ਸਾਰਾ ਕੁਛ ਕਰਕੇ ਉਹ ਸਾਰਾ ਖੜਾ ਹੀ ਉਹਦੇ ਤੇ ਸੀਗਾ। ਤੇ ਉਹ ਢਾਂਚਾ ਜਦੋਂ ਗੱਲਾਂ ਨਿਕਲ ਗਈਆਂ ਉਹ ਢਾਂਚਾ ਆਪਣੇ ਆਪ ਢਹਿ ਜਾਣਾ ਹੈਗਾ ਆ। ਬਿਲਕੁਲ ਜਿੱਦਾਂ ਆਪਣਾ ਭਗਤ ਰਵਿਦਾਸ ਜੀ ਦੇ ਉੱਤੇ ਜਿਹੜੀ ਉਹ ਲਾਉਂਦੇ ਆ ਕਹਾਣੀ, ਇਹੀ ਕਹਾਣੀ ਲਾਉਂਦੇ ਆ, ਉਹ ਇਹੀ ਆ ਨਾ ਜੀ ਜੀ ਜੀ। ਬਾਹਮਣ ਚਾਹੁੰਦਾ ਨਹੀਂ ਭਈ ਜੇ ਕੋਈ ਬੰਦਾ ਸਿਆਣਾ ਹੈਗਾ ਔਰ ਲੁਕਾਈ ਜਿਹੜੀ ਆ ਉਹ ਉਹਨੂੰ ਸਿਆਣੇ ਵਜੋਂ ਉਹਦਾ
ਆਦਰ ਸਤਿਕਾਰ ਕਰ ਰਹੀ ਆ ਬਿਲਕੁਲ, ਤੇ ਉਹ ਬਾਹਮਣ ਦੀ ਗ੍ਰਿਫਤ ਵਿੱਚੋਂ, ਬਾਹਮਣਵਾਦ ਦੇ ਘੇਰੇ ਦੇ ਵਿੱਚੋਂ ਬਾਹਰ ਹੋ ਜਾਵੇ, ਉਹਨੂੰ ਉਹ ਮੁੜ ਘੇੜ ਕੇ ਲਿਆ ਕੇ ਬਾਹਮਣਵਾਦ ਦੇ ਘੇਰੇ ਦੇ ਵਿੱਚ ਫਸਾਉਂਦਾ। ਬਿਲਕੁਲ ਭਈ ਭਗਤ ਰਵਿਦਾਸ ਜੀ ਨੂੰ ਕਹਿ ਦਿੱਤਾ ਵੀ ਇਹ ਪਿਛਲੇ ਜਨਮ ਦੇ ਵਿੱਚ ਬਾਹਮਣ ਸੀਗੇ, ਜੀ, ਕੰਮ ਮਾੜਾ ਕਰ ਬੈਠੇ ਤੇ ਤਾਂ ਕਰਕੇ ਇਹ ਭਈ ਨੀਵੀਂ ਜਾਤ ਦੇ ਵਿੱਚ ਜਨਮ ਹੋਇਆ। ਬਿਲਕੁਲ ਬਿਲਕੁਲ ਉਹਨੂੰ ਮਹਾਤਮਾ ਬੁੱਧ ਨੂੰ ਕਹਿ ਦਿੱਤਾ ਵੀ ਨਾ ਭਈ ਇਹ ਜਿੰਨੀ ਉਹ ਸਾਰੀ ਵਿਜ਼ਡਮ ਆ, ਜੋ ਕੁਝ ਵੀ ਹੈਗਾ ਉਹ ਤਾਂ ਕਰਕੇ ਆ ਵੀ ਕਿਉਂਕਿ ਇਹ ਵਿਸ਼ਨੂੰ ਦੇ 11ਵੇਂ ਅਵਤਾਰ ਸੀ। ਸੋ ਉਹ ਬਾਹਮਣਵਾਦ ਦੇ ਘੇਰੇ ਦੇ ਵਿੱਚੋਂ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦੇਣਾ ਚਾਹੁੰਦਾ ਜਿਹੜਾ ਕੋਈ ਲੋਕ ਉਹਦੇ ਮਗਰ ਲੱਗੇ। ਬਿਲਕੁਲ ਬਿਲਕੁਲ ਉਹੀ ਉਹਨੇ ਕੋਸ਼ਿਸ਼ ਜਿਹੜੀ ਆ ਗੁਰੂ ਪਾਤਸ਼ਾਹੀਆਂ ਨਾਲ ਵੀ ਕੀਤੀ ਆ। ਸਹੀ ਗੱਲ ਭਈ ਇਹ ਕਹਿ ਕੇ ਵੀ ਗੁਰੂ ਨਾਨਕ ਪਾਤਸ਼ਾਹ ਆਖੇ ਲੱਭਦੀ ਜਿਹੜੀ ਆ ਵੀ ਵੰਸ਼ ਜਿਹੜੀ ਆ ਵੀ ਉਹ ਚੋਂ, ਤੇ ਗੁਰੂ ਗੋਬਿੰਦ ਸਿੰਘ ਜੀ ਕੁਛ ਦੀ ਵੰਸ਼ ਦੇ ਵਿੱਚੋਂ। ਸੋ ਉਹ ਸਾਰਾ ਜਿਹੜਾ ਆ ਉਹ ਪੈਟਰਨ ਆ ਇੱਕ ਵੀ ਜਿਹੜਾ ਸਾਨੂੰ ਸਮਝਣੇ ਦੀ ਲੋੜ ਆ ਤੇ ਕਾਊਂਟਰ ਕਰਨੇ ਦੀ ਲੋੜ। ਬਿਲਕੁਲ ਬਿਲਕੁਲ ਤੇ ਜਿਹੜੇ ਸਾਡੇ ਅੰਦਰ ਘੁਸਪੈਠ ਕਰੀ ਬੈਠੇ ਨੇ ਅੱਖ ਅਪਗ੍ਰੇਡ ਤੇ ਢੱਡਰੀਆਂ ਵਾਲੇ ਵਰਗੇ ਤੇ ਹੋਰ ਜਿਹੜੇ ਸਾਹ ਦਲਾਣਾ, ਜੀ ਬਿਲਕੁਲ, ਭਈ ਉਹ ਉਹਨਾਂ ਦਾ ਵੀ ਅਸਲੀ ਚਿਹਰਾ ਜਿਹੜਾ ਆ ਸਾਨੂੰ ਉਹ ਨੰਗਾ ਕਰਕੇ ਤੇ ਉਹ ਦੇਖਣੇ ਦੀ ਲੋੜ ਆ। ਉਹ ਤੋਂ ਬਾਅਦ ਫਿਰ ਠੀਕ ਆ ਵੀ ਅਸੀਂ ਨਹੀਂ ਕਹਿੰਦੇ ਵੀ ਵੈਰ ਕਰੋ ਜਾਂ ਕੁਛ ਵੀ, ਕਿਉਂਕਿ ਨਿਰਵੈਰ ਤੇ ਜਿਹੜਾ ਹੈਗਾ ਆ ਨਿਰਭਉ, ਬਿਲਕੁਲ ਭਈ ਉਹ ਦੋਵੇਂ ਜਿਹੜੇ ਨੇ ਵੀ ਉਹ ਸਾਡੇ ਲਈ ਸਿਰਫ ਸ਼ਬਦ ਨਹੀਂ ਨੇ ਜੀ, ਉਹ ਸਾਡੇ ਲਈ ਵੀ ਇੱਕ ਕਹਿ ਲਓ ਵੀ ਸਮਝ ਕੇ ਤੇ ਜਿਉਣ ਵਾਲੇ ਸੰਕਲਪ ਨੇ, ਅਰਥ ਰੱਖਦੇ ਕੋਈ ਚੀਜ਼। ਬਿਲਕੁਲ ਸਹੀ। ਇਸ ਕਰਕੇ ਭਈ ਸਾਨੂੰ ਸਿਰਫ ਇੰਨੇ ਕੁ ਦੀ ਲੋੜ ਆ ਵੀ ਅਸੀਂ ਇਹਨਾਂ ਦਾ ਅਸਲ ਚਿਹਰਾ ਜਿਹੜਾ ਆ ਭਈ ਉਹ ਪਛਾਣ ਲਈਏ। ਬਿਲਕੁਲ, ਬਾਕੀ ਜਿਹੜਾ ਆ ਵੀ ਉਹ ਰੱਬ ਦੇ ਉੱਤੇ ਛੱਡ ਦਿਓ, ਆਪਣਾ ਆਪ ਜਿਹੜਾ ਆ ਬਚਾ ਲਓ ਤੇ ਹੋਰ ਜਿਹਨੂੰ ਕਿਸੇ ਨੂੰ ਭਈ ਤੁਸੀਂ ਸਿੱਖਿਅਤ ਕਰ ਸਕਦੇ ਆ ਵੀ ਭਾਈ ਵੀ ਅਸਲ ਚਿਹਰਾ ਇਹਨਾਂ ਦਾ ਆ। ਬਿਲਕੁਲ ਜੀ ਬਿਲਕੁਲ, ਬਸ ਉਹਨਾਂ ਦਾ ਆਪਣਾ ਜਿਹੜਾ ਰੋਲ ਹੈਗਾ ਉਹ ਜ਼ਰੂਰ ਨਿਭਾ ਦੇ। ਤੇ ਅੱਗੇ ਉਹ ਫਿਰ ਲਿਖਦੇ ਹਨ, ਇਸ ਕਰਕੇ ਇਹ ਸਮਾਜ ਤੇ ਸੰਸਾਰ ਇਨਸਾਨ ਲਈ ਕੰਮ ਦਾ ਮੈਦਾਨ ਜਾਂ ਅਖਾੜਾ ਹੈ। ਇਸ ਵਿੱਚ ਘਾਲਣਾ ਘਾਲ ਕੇ ਸੇਵਾ ਕਮਾਈ ਤੇ ਪੁੰਨ ਭਲਾਈ ਕਰਕੇ ਫਰਜ਼ਾਂ ਦੀ ਪਾਲਣਾ ਕਰਕੇ ਹੀ ਜੀਵ ਆਤਮਾ ਪਰਾਤਮਾ ਜਾਂ ਵਾਹਿਗੁਰੂ ਨਾਲ ਮੇਲ ਪ੍ਰਾਪਤ ਕਰ ਸਕਦੀ ਹੈ। ਪਰ ਜੀਵ ਕਮਜ਼ੋਰ ਹੈ, ਇਹ ਸੌਖਾ ਹੀ ਕੁਰਾਹੇ ਪੈ ਸਕਦਾ ਹੈ। ਇਸ ਸੰਸਾਰ ਦੇ ਗੋਰਖ ਧੰਦੇ ਜਾਂ ਭੁੱਲ ਭੁਲਈਆ ਵਾਲੀ ਖੇਡ ਵਿੱਚ ਪੈ ਕੇ ਇਨਸਾਨ ਆਪਣੇ ਜੀਵਨ ਪੰਧ ਦਾ ਨਿਸ਼ਾਨਾ ਜਾਂ ਮੰਜ਼ਿਲ ਭੁੱਲ ਜਾਂਦਾ ਹੈ। ਰਾਹ ਵਿੱਚ ਖੇਡੇ ਲੱਗ ਕੇ ਹੋਰ ਹੀ ਪਾਸੇ ਵਹਿ ਤੁਰਦਾ ਹੈ। ਹੁਣ ਜਿਹੜੀ ਗੱਲ ਉਹਨਾਂ ਨੇ ਲਿਖੀ ਆ ਵੀ ਇਹ ਵੀ ਜਿਹੜਾ ਇਸ ਜਨਮ ਦਾ ਮਨੋਰਥ ਆ ਜੀ ਵੀ ਉਹ ਹੈਗਾ ਆ ਵੀ ਚੰਗੇ ਕਰਮ ਕਰਕੇ ਤੇ ਰੱਬ ਦੇ ਨਾਲ ਇੱਕਮਿਕ ਹੋਣਾ ਜੀ। ਹੁਣ ਜਦੋਂ ਉਹ ਹੋਵੇ ਟੀਚਾ ਤੇ ਫਿਰ ਕੀ ਉਹਦੇ ਵਿੱਚ ਇਹ ਸਟੇਜਸ ਆ ਰਹੀਆਂ ਨੇ ਵੀ ਇਹ ਵੀ ਮੈਂ ਰੱਬ ਦੇ ਨੇੜੇ ਤੇ ਹੋ ਗਿਆ ਪਰ ਰੱਬ ਨਾਲ ਪੂਰਾ ਇੱਕਮਿਕ ਨਹੀਂ ਹੋਇਆ, ਇਸ ਕਰਕੇ ਰੱਬ ਕਹਿੰਦਾ ਵੀ ਚੱਲ ਵੀ ਇਹ ਥੋੜਾ ਜਿਹਾ ਨੇੜੇ ਹੋਇਆ ਆ ਵੀ ਇਹਨੂੰ ਅਮੀਰਾਂ ਦੇ ਘਰੇ ਜਨਮ ਦੇ ਦਈਏ। ਬਿਲਕੁਲ ਸਹੀ ਗੱਲ ਹੈ। ਸੋ ਮਤਲਬ ਉਹ ਜਿਹੜੀ ਕਹਾਣੀ ਆ ਵੀ ਉਹ ਬਣ ਨਹੀਂ ਰਹੀ। ਸੋ ਇਸ ਕਰਕੇ ਵੀ ਇੱਥੇ ਇਹ ਟਪਲਾ ਖਾ ਗਏ ਨੇ। ਸੋ ਉੱਥੇ ਉਸ ਚੀਜ਼ ਨੂੰ ਜਿਹੜਾ ਆ ਵੀ ਉਹ ਕਹਿ ਲਓ ਵੀ ਸਾਨੂੰ ਵਿਚਾਰਨੇ ਦੀ ਲੋੜ ਆ। ਨਹੀਂ ਉਹ ਵੀ ਗੱਲ ਭਾਜੀ ਠੀਕ ਹੈ, ਕਿਉਂਕਿ ਜਿਹੜੀਆਂ ਲਿਖਤਾਂ ਲਿਖੀਆਂ ਆ ਜੇ ਉਹਦੇ ਵਿੱਚ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਇਹ ਗੁਰਬਾਣੀ ਦੀ ਕਸੌਟੀ ਤੇ ਨਹੀਂ ਉਤਰਦੀਆਂ, ਆਪਾਂ ਉਹ 'ਚ ਸੋਧ ਕੀਤਾ ਜਾ ਸਕਦਾ ਹੈਗਾ ਆ, ਹੈ ਨਾ ਜੀ, ਤੇ ਉਹਨਾਂ ਨੂੰ ਵਿਚਾਰਿਆ ਜਾ ਸਕਦਾ ਹੈਗਾ, ਉਹਨਾਂ ਨੂੰ ਕਰੈਕਟ ਕੀਤਾ ਜਾ ਸਕਦਾ ਜਿੱਥੇ ਇਹ ਟਪਲਾ ਖਾ ਕੇ ਮਤਲਬ ਜਦੋਂ ਪੂਰਬਲੇ ਜਨਮ ਦੀ ਗੱਲ ਕਰਦੇ ਨੇ। ਤੇ ਖੈਰ ਹੁਣ ਜਿਹੜਾ ਮੇਨ ਮਕਸਦ ਇੱਥੇ ਉਹ ਇਹ ਹੈਗਾ ਕਿ ਆਪਣਾ ਜਿਹੜਾ ਸਮਾਜ ਹੈ ਤੇ ਸੰਸਾਰ ਨੇ ਉਹਨੂੰ ਧਰਮ ਦੀ ਲੋੜ ਕਿਉਂ ਹੈਗੀ ਹੈ, ਕਿਉਂਕਿ ਉਹਦੇ ਵਿੱਚ ਜਿਹੜਾ ਹੈ ਨਾ ਜੀ ਜਿਹੜਾ ਜੀਵਨ ਦਾ ਸਾਡਾ ਮਨੋਰਥ ਹੈਗਾ ਆ ਉਹ ਹੈਗਾ ਆ ਕਿ ਆਪਾਂ ਜਿਹੜਾ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਆ, ਯਾਨੀ ਕਿ ਉਹਨੂੰ ਜੇ ਤੁਸੀਂ ਉਹਨੂੰ ਵਿਚਾਰਨਾ ਤੇ ਕਹਿਣ ਦਾ ਭਾਵ ਹੈ ਕਿ ਅਸੀਂ ਇੱਕ ਚੰਗਾ ਸਮਾਜ ਸਿਰਜਣਾ ਹੈਗਾ ਆ, ਜਿਹੜੇ ਵਾਹਿਗੁਰੂ ਦੇ ਗੁਣ ਆ ਉਹ ਅਸੀਂ ਆਪਣੇ ਅੰਦਰ ਧਾਰਨ ਕਰਨੇ ਹੈਗੇ ਤਾਂ ਕਿ ਅਸੀਂ ਇੱਕ ਚੰਗਾ ਸਮਾਜ ਸਿਰਜ ਸਕੀਏ। ਕਿਉਂਕਿ ਜੇ ਅਸੀਂ ਗੁਣ ਨਹੀਂ ਧਾਰਨ ਕਰਾਂਗੇ ਤਾਂ ਇੱਕ ਜੰਗਲ ਰਾਜ ਬਣ ਕੇ ਰਹਿ ਜਾਊਗਾ ਸਮਾਜ ਜਿਹੜਾ ਆ, ਉਹ ਸਮਾਜ ਨਹੀਂ ਹੋਊਗਾ ਜਿਹੜਾ ਇੱਕ ਜਿਹਦੇ ਵਿੱਚ ਸਾਰੇ ਬਰਾਬਰ ਹੋਣਗੇ ਜਾਂ ਸਾਰਿਆਂ ਦੇ ਹੱਕ ਰਾਖਵੇਂ ਹੋਣਗੇ। ਇੱਦਾਂ ਦਾ ਸਮਾਜ ਨਹੀਂ ਮੰਨਿਆ ਜਾਏਗਾ, ਕਿਉਂਕਿ ਉਹੀ ਸਮਾਜ ਉਸ ਸਮਾਜ ਦਾ ਮਾਡਲ ਸਾਡੇ ਕੋਲ ਹੈਗਾ ਜਿਹੜਾ ਬਾਹਮਣ ਦਾ ਸਮਾਜ ਸੀਗਾ, ਤੇ ਇਹੀ ਉਹ ਸਮਾਜ ਹਜੇ ਹੁਣ ਉਹਨਾਂ ਦਾ ਵੀ ਜ਼ੋਰ ਲੱਗਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਆ ਦੇ ਉੱਤੇ ਦੁਬਾਰਾ ਲਾਗੂ ਕੀਤਾ ਜਾਵੇ। ਕਿਉਂਕਿ ਉਹਨਾਂ ਦੀ ਜਿਹੜਾ ਭਾਜੀ ਜਿਹੜਾ ਬਾਹਮਣ ਦਾ ਜਿਹੜਾ ਸਮਾਜ ਦਾ ਮਾਡਲ ਹੈ ਉਹ 'ਚ ਸਭ ਤੋਂ ਵੱਡਾ ਜਿਹੜਾ ਰਾਹ ਦੇ ਜਿਹੜਾ ਕਹਿ ਲਓ ਕਿ ਰੁਕਾਵਟ ਹੈ ਉਹ ਸਿੱਖ ਧਰਮ ਹੀ ਹੈਗਾ ਆ, ਤੇ ਇਸ ਕਰਕੇ ਉਹ ਸਿੱਖ ਧਰਮ ਨੂੰ ਬੜੀ ਬੁਰੀ ਤਰ੍ਹਾਂ ਨਾਲ ਮੈਨੂਕੂਲੇਟ ਕਰਕੇ ਜਿਹੜੇ ਗੁਰੂ ਸਿਧਾਂਤ ਨੇ ਗੁਰਬਾਣੀ ਦੇ ਸਿਧਾਂਤ ਨੇ ਬੜੇ ਗਲਤ ਤਰੀਕੇ ਨਾਲ ਮੈਨੂਕੂਲੇਟ ਕਰਕੇ ਲੋਕਾਂ ਤੱਕ ਲੈ ਕੇ ਜਾ ਰਿਹਾ ਕਿ ਨਹੀਂ ਭਾਈ ਸਿੱਖ ਧਰਮ ਹੀ ਇਹ ਗੱਲਾਂ ਕਹਿੰਦਾ ਹੈਗਾ ਆ। ਤੇ ਹੁਣ ਉਹਦੇ ਵਿੱਚ ਮੈਨੂੰ ਇੱਕ ਗੱਲ ਚੇਤੇ ਆ ਗਈ, ਇਹਦੇ ਵਿੱਚ ਨਾਲ ਨਾ ਇੱਕ ਪੋਸਟਰ ਘੁੰਮਦਾ ਫਿਰਦਾ ਸੀਗਾ ਤੇ ਉਹਦੇ 'ਚ ਨਾ ਜਿੱਦਾਂ ਹੁਣ ਮਤਲਬ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਈ ਸੀ। ਹੁਣ ਇੱਥੇ ਹੀ ਪਹਿਲਾ ਜਿਹੜਾ ਸਿਧਾਂਤ ਜਿਹੜਾ ਮੂਰਤੀ ਪੂਜਾ ਦਾ ਉਹਨਾਂ ਨੇ ਉਹਦੇ 'ਤੇ ਹਮਲਾ ਕਰ ਦਿੱਤਾ। ਗੁਰੂ ਨਾਨਕ ਸਾਹਿਬ ਦੀ ਫੋਟੋ ਲਾ ਕੇ ਉੱਥੇ ਲਿਖਿਆ ਸੀਗਾ ਕਿ ਸਾਰੇ ਧਰਮ ਜਿਹੜੇ ਹੈਗੇ ਆ ਸੰਸਾਰ ਦੇ ਵਿੱਚ ਉਹ ਸਾਰੇ ਬਰਾਬਰ ਨੇ,
ਤੇ ਸਾਰੇ ਧਰਮ ਬਰਾਬਰ ਨੇ, ਤੇ ਇਸ ਲਈ ਕਿਸੇ ਵੀ ਧਰਮ ਨੂੰ ਤੁਸੀਂ ਮਾੜਾ ਨਾ ਕਹੋ। ਤੇ ਇਹ ਹੁਣ ਮਤਲਬ ਤੁਸੀਂ ਦੇਖ ਲਓ ਗੁਰੂ ਨਾਨਕ, ਹੁਣ ਫੋਟੋ ਲੱਗੀ ਗੁਰੂ ਸਾਹਿਬ ਦੀ, ਤੇ ਇਦਾਂ ਲੱਗ ਰਿਹਾ ਹੁਣ ਜਿਹੜਾ ਅਨਨੋਨ ਬੰਦਾ ਸਾਹਿਬ ਨੇ ਕਿਹਾ, ਹਾਂਜੀ, ਜਿਹੜਾ ਮਤਲਬ ਇੱਕ ਤਾਂ ਜਿਹੜਾ ਅਨਨੋਨ ਬੰਦਾ ਹੈ ਨਾ, ਜਿਹੜਾ ਸਿੱਖ ਵੀ ਨਹੀਂ ਹੈਗਾ, ਉਹਨੇ ਵੀ ਇਹ ਸੋਚਣਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਆ, ਤੇ ਜਿਹੜਾ ਸਿੱਖ ਹੈ ਜਿਹਨੂੰ ਪਤਾ ਵੀ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਆ, ਉਹਨਾਂ ਦਾ ਕੀ ਸਿਧਾਂਤ ਆ, ਉਹਨੇ ਵੀ ਸਮਝ ਲੈਣਾ ਕਿ ਇਹ ਕਿਹਾ ਜਾ ਰਿਹਾ ਹੈ। ਨਾਲੇ ਇਹ ਨਾ ਵੈਸੇ ਵੀ ਭਾਜੀ ਬੜੀ ਆਮ ਜੀ ਇੱਕ ਤੁਹਾਨੂੰ ਆਲੇ ਦੁਆਲੇ ਸਾਨੂੰ ਸੁਣਨ ਨੂੰ ਮਿਲ ਜਾਂਦੀ ਕਿ ਜੀ ਸਾਰੇ ਧਰਮ ਬਰਾਬਰ ਆ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਆ, ਜਾਂ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ਚਾਹੀਦਾ ਆ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਆ ਕਿ ਜਿਹੜਾ ਬਾਹਮਣ ਦਾ ਧਰਮ ਹੈਗਾ ਆ, ਤੁਸੀਂ ਉਹਦਾ ਸਤਿਕਾਰ ਕਿੱਦਾਂ ਕਰ ਲਓਗੇ? ਬਿਲਕੁਲ। ਜਾਂ ਹੋਰ ਜੇ ਇੱਕ ਵਾਰ ਤੁਸੀਂ ਪਿਛਲੇ ਇੱਕ ਸ਼ਾਇਦ ਪ੍ਰੋਗਰਾਮ ਜਾਂ ਉਹ ਤੋਂ ਪਿਛਲੇ ਪ੍ਰੋਗਰਾਮ ਦੱਸਿਆ ਜਿਹੜਾ ਇੱਕ ਠੱਗ ਧਰਮ ਵੀ ਹੈਗਾ ਆ, ਤੁਸੀਂ ਉਹਨਾਂ ਦਾ ਸਤਿਕਾਰ ਕਿੱਦਾਂ ਕਰ ਲਓਗੇ? ਜਿਹੜੇ ਧਰਮ ਦੇ ਵਿੱਚ ਜਿਹੜੇ ਮਨੁੱਖੀ ਹੱਕ ਆ ਉਹ ਹੀ ਬਰਾਬਰ ਨਹੀਂ ਹੈਗੇ, ਕਿਸੇ ਨੂੰ ਉਹ ਨੀਵੀਂ ਜਾਤ ਦਾ ਕਹਿ ਰਹੇ, ਕਿਸੇ ਨੂੰ ਉੱਚੀ ਜਾਤ ਦਾ ਕਹਿ ਰਹੇ ਆ, ਉਹ ਨੀਵੀਂ ਜਾਤ ਦਾ ਹੋਣ ਕਰਕੇ ਉਹਦੇ ਤੇ ਮਤਲਬ ਬੇਅੰਤ ਉਹਦੇ ਤੇ ਉਹਨੂੰ ਤਸੀਹੇ ਦਿੱਤੇ ਜਾ ਰਹੇ ਹੈਗੇ ਆ, ਉਹਨੂੰ ਇਨਸਾਨ ਵਾਂਗ ਟਰੀਟ ਵੀ ਨਹੀਂ ਕੀਤਾ ਜਾ ਰਿਹਾ। ਇਸ ਧਰਮ ਨੂੰ ਤੁਸੀਂ ਬਰਾਬਰ ਕਿੱਦਾਂ ਕਹਿ ਲਓਗੇ? ਆਹੋ, ਨਹੀਂ ਨਾਲੇ ਸਤਿਕਾਰ ਦਾ ਮਤਲਬ ਇਹ ਆ ਵੀ ਜਾ ਕੇ ਵੀ ਜਦੋਂ ਵੀ ਮੂਰਤੀਆਂ ਨੂੰ ਉਹਨੂੰ ਮੱਥਾ ਟੇਕੂਗੇ, ਹਾਂਜੀ, ਕਿਉਂਕਿ ਜੇ ਤੁਸੀਂ ਨਹੀਂ ਟੇਕਦੇ ਫਿਰ ਤੇ ਨਹੀਂ ਸਤਿਕਾਰ ਕਰ ਰਹੇ। ਤੇ ਜੇ ਬਾਹਮਣ ਕਹਿ ਰਿਹਾ ਆ ਵੀ ਵੀ ਆਹ ਮੈਂ ਤੇਰੇ ਮੱਥੇ ਤੇ ਟਿੱਕਾ ਲਾਉਣਾ ਆ, ਜੇ ਤੁਸੀਂ ਟਿੱਕਾ ਨਹੀਂ ਲਵਾਉਂਦੇ ਤੇ ਤੁਸੀਂ ਸਤਿਕਾਰ ਨਹੀਂ ਕਰ ਰਹੇ। ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਵੀ ਇਹ ਵੀ ਐਵੇਂ ਹੀ ਕਹਿ ਲਓ ਵੀ ਜਿਹੜੀਆਂ ਸਟੇਟਮੈਂਟਾਂ ਬਣਾ ਕੇ ਛੱਡ ਦਿੱਤੀਆਂ ਜਾਂਦੀਆਂ ਆ ਵੀ ਉਹਨਾਂ ਨੂੰ ਐਵੇਂ ਨਹੀਂ ਕਬੂਲ ਲੈਣਾ ਚਾਹੀਦਾ। ਬਿਲਕੁਲ, ਉਹਨੂੰ ਪ੍ਰੈਕਟੀਕਲੀ ਜਿਹੜਾ ਆ ਵੀ ਇਹ ਵੀ ਦੇਖਣਾ ਚਾਹੀਦਾ ਵੀ ਜੇ ਕੱਲ ਨੂੰ ਇਹੋ ਜਿਹੀ ਸਿਚੁਏਸ਼ਨ ਮੈਨੂੰ ਸਾਹਮਣੇ ਆਉਂਦੀ ਆ ਫੇਰ ਮੈਂ ਕੀ ਕਰੂੰਗਾ। ਬਿਲਕੁਲ। ਸੋ ਉੱਥੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਨਾ ਇਹ ਸਹੀ ਨਹੀਂ ਹੈਗਾ। ਸੋ ਉਹ ਸਾਰਾ ਕੁਝ ਜਿਹੜਾ ਹੈ ਨਾ ਵੀ ਗੁਰੂ ਪਾਤਸ਼ਾਹ ਨੇ ਵੀ ਹਿੰਦੂ ਅੰਨਾ ਤੁਰਕੂ ਕਾਣਾ ਕਿਹਾ ਜੀ, ਔਰ ਉਹ ਸਾਰਾ ਕੁਝ ਜਿਹੜਾ ਆ ਵੀ ਗਲਤ ਨੂੰ ਗਲਤ ਕਹਿਣਾ ਜਿਹੜਾ ਆ ਵੀ ਉਹ ਕਹਿ ਲਓ ਵੀ ਇਨਸਲਟ ਨਹੀਂ ਗੀ ਜੀ। ਬਿਲਕੁਲ, ਉਹ ਸਤਿਕਾਰ ਹੀ ਆ ਆਪਣਾ ਕਹਿ ਲਓ ਦੁਨੀਆ ਲੁਕਾਈ ਦਾ ਕਹਿ ਲਓ, ਔਰ ਜਿਹੜੀ ਕਹਿ ਲਓ ਵੀ ਰੱਬ ਦੀ ਬਣਾਈ ਕੁਦਰਤ ਆ, ਵੀ ਰੱਬ ਦੀ ਬਣਾਈ ਹੋਈ ਦੁਨੀਆ ਸਾਰੀ ਜਿਹੜੀ ਆ ਵੀ ਉਹਦਾ ਸਤਿਕਾਰ ਇਹ ਹੀ ਆ ਵੀ ਤੁਸੀਂ ਗਲਤ ਜਿਹੜਾ ਆ ਉਹਨੂੰ ਆਇਡੈਂਟੀਫਾਈ ਕਰਕੇ ਸਹੀ ਗੱਲ ਤੇ ਬਾਕੀਆਂ ਨੂੰ ਉਹਦੇ ਬਾਰੇ ਅਗਾਹ ਕਰੋ। ਬਿਲਕੁਲ, ਨਹੀਂ ਬਿਲਕੁਲ ਭਾਜੀ, ਇਹ ਤਾਂ ਜਿੱਦਾਂ ਨਾ ਹੁਣ ਅਸੀਂ ਮਤਲਬ ਬਾਹਮਣ ਦੀ ਗੱਲ ਕਰਦੇ ਹਾਂ, ਅਸੀਂ ਤਾਂ ਇਹ ਵੀ ਕਹਿੰਦੇ ਹਾਂ ਜਿਹੜਾ ਸਿੱਖ ਧਰਮ ਦੇ ਵਿੱਚ ਜਿਹੜਾ ਧਰਮ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਉਹ ਵੀ ਗਲਤ ਹੈਗਾ ਆ। ਜਿੰਨਾ ਡੇਰਾਵਾਦ ਆ, ਜਿੰਨਾ ਖਾਸ ਕਰ ਹੁਣ ਢੱਡਰੀਆਂ ਵਾਲਾ ਵਰਗਾ ਜਿਹੜਾ ਇੱਕ ਸਾਧ ਆ, ਕਿੱਦਾਂ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਆ ਹੁਣ, ਹੈ ਨਾ, ਕਿੱਦਾਂ ਲੋਕਾਂ ਨੂੰ ਇੱਕ ਭੰਬਲ ਭੂਸੇ 'ਚ ਪਾ ਰਿਹਾ ਹੈਗਾ ਆ ਸ਼ਬਦੀ ਜਾਲ ਰਾਹੀਂ, ਉਹ ਵੀ ਇੱਕ ਗਲਤ ਹੈ ਕਿਉਂਕਿ ਉਹ ਕਰ ਸਾਰਾ ਕੁਛ ਧਰਮ ਦੇ ਨਾਂ ਦੇ ਉੱਤੇ ਰਹੇ ਹੈਗੇ ਆ। ਜਿੰਨੇ ਵੀ ਇਹ ਖੱਪ ਗਰੇਡ ਆ ਜਾਂ ਜਿੰਨੇ ਹੋਰ ਬਾਬੇ ਆ, ਸਾਰਾ ਧਰਮ ਦੇ ਨਾਂ ਦੇ ਉੱਤੇ ਕਰ ਰਹੇ ਹੈਗੇ ਆ। ਤੇ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਕਹਿ ਲਓਗੇ ਕਿ ਇਹ ਭਾਈ ਜਿਹੜਾ ਇਹ ਵਾਲਾ ਧਰਮ ਦੱਸਿਆ ਜਾ ਰਿਹਾ ਆ ਜਿਹਦੇ ਵਿੱਚ ਕੋਈ ਬਰਾਬਰ ਨਹੀਂ ਹੈਗਾ, ਇੱਕ ਤੁਸੀਂ ਹੈ ਨਾ ਇੱਕ ਜੰਗਲ ਰਾਜ ਦਿੱਤਾ ਜਾ ਰਿਹਾ ਹੈ, ਉਹ ਕਿੱਦਾਂ ਉਹਨਾਂ ਦਾ ਸਤਿਕਾਰ ਕਰ ਲਓਗੇ ਨਾ? ਉਹ ਇੱਕ ਆਪਣੇ ਆਪ 'ਚ ਹੀ ਕੁਐਸਚਨੇਬਲ ਸਟੇਟਮੈਂਟ ਹੈਗੀ ਹੈ ਜਿਹੜੀ ਦਿੱਤੀ ਜਾ ਰਹੀ ਹੈਗੀ ਹੈ। ਤੇ ਇਸ ਕਰਕੇ ਸਾਨੂੰ ਵੀ ਮਤਲਬ ਬਿਲਕੁਲ ਸਹੀ ਗੱਲ ਹੈ ਭਾਜੀ ਕਿ ਸਾਨੂੰ ਵੀ ਐਵੇਂ ਬਿਨਾਂ ਧਿਆਨ ਦਿੱਤੇ ਜਾਂ ਬਿਨਾਂ ਸੋਚੇ ਸਮਝੇ ਜਿਹੜੀਆਂ ਇੱਦਾਂ ਦੀਆਂ ਸਟੇਟਮੈਂਟਾਂ ਘੜੀਆਂ ਜਾਂਦੀਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਫੋਲੋ ਨਹੀਂ ਕਰ ਲੈਣਾ ਚਾਹੀਦਾ, ਉਹਨਾਂ ਦੇ ਉੱਤੇ ਕੁਐਸਚਨਸ ਕਰਨੇ ਚਾਹੀਦੇ। ਅੰਗਰੇਜ਼ੀ ਦਾ ਸੈਂਟੈਂਸ ਹੈ ਨਾ ਵੀ ਡੋਂਟ ਟੇਕ ਇਟ ਐਟ ਇਟਸ ਫੇਸ ਵੈਲਿਊ। ਬਿਲਕੁਲ, ਭਈ ਇਹਨੂੰ ਉੱਦਾਂ ਹੀ ਨਾ ਬਸ ਸਵੀਕਾਰ ਕਰ ਲਓ ਵੀ ਜਿੱਦਾਂ ਕਿਹਾ ਜਾ ਰਿਹਾ ਜੀ ਜੀ। ਸੋ ਉਹਨੂੰ ਥੋੜ੍ਹਾ ਜਿਹਾ ਵਿਚਾਰੋ, ਪੜਚੋਲੋ, ਔਰ ਉਹ ਤੋਂ ਬਾਅਦ ਫਿਰ ਦੇਖੋ ਕਿਸੇ ਪ੍ਰੈਕਟੀਕਲ ਸਿਚੁਏਸ਼ਨ 'ਚ ਪਾ ਕੇ ਵੇਖੋ ਭਈ ਕੀ ਇਹਦੀ ਸੈਂਸ ਬਣਦੀ ਆ। ਬਿਲਕੁਲ। ਸੋ ਇਸ ਕਰਕੇ ਭਈ ਉਹ ਤੋਂ ਜੇ ਉੱਦਾਂ ਹੀ ਬਸ ਐਕਸੈਪਟ ਕਰ ਲੈਣਾ ਵੀ ਕਿਉਂਕਿ ਕਿਸੇ ਨੇ ਕਹਿ ਦਿੱਤਾ ਤੇ ਉਹ ਮੂਰਖਤਾ ਹੀ ਆ, ਜਾਂ ਕਹਿ ਲਓ ਵੀ ਉਹ ਭੇਡ ਬਿਰਤੀ ਆ। ਬਿਲਕੁਲ ਜੀ। ਵੀ ਉਹ ਸਿੱਖ ਦਾ ਜਿਹੜਾ ਹੈਗਾ ਆ ਕਿਰਦਾਰ ਵੀ ਉਹਦਾ ਹਿੱਸਾ ਨਹੀਂ ਹੋ ਸਕਦਾ। ਇਹ ਸਹੀ ਗੱਲ ਹੈ ਜੀ, ਸਹੀ ਗੱਲ ਹੈ। ਤੇ ਅੱਗੇ ਲਿਖਦੇ ਹਨ ਕਿ ਇਸ ਕਰਕੇ ਸਿੱਖ ਸਤਿਗੁਰੂ ਦੇ ਦੱਸੇ ਰਾਹ 'ਤੇ ਤੁਰਦਾ ਹੈ, ਹਰ ਸਮੇਂ ਉਸ ਤੋਂ ਪੁੱਛ ਪੈਰ ਧਰਦਾ ਤੇ ਕਦਮ ਪੁੱਟਦਾ ਹੈ, ਪੈਰ 'ਤੇ ਉਸ ਦੀ ਅਗਵਾਈ ਲੋਚਦਾ ਹੈ ਤੇ ਉਸ ਮੁਜ਼ਬ ਜੀਵਨ ਪੰਧ ਦੀ ਵਾਟ ਮੁਕਾਉਂਦਾ ਹੈ। ਬਿਲਕੁਲ, ਜਿਹੜੀ ਆਪਾਂ ਹੁਣੇ ਡਿਸਕਸ਼ਨ ਕੀਤੀ ਸਾਰੀ। ਬਿਲਕੁਲ ਜੀ, ਬਿਲਕੁਲ। ਹੁਣ ਇੱਥੇ ਭਾਈ ਪੁੱਛ ਪੈਰ ਧਰਦਾ ਦਾ ਮੀਨਸ ਇਹ ਨਹੀਂ ਕਿ ਮਤਲਬ ਉਹ ਗੁਰੂ ਸਾਹਿਬ ਨਾਲ ਗੁਰਬਾਣੀ ਦੀ ਜਿਹੜੀ ਸੋਝੀ ਹੈ ਉਹਦੇ ਮੁਤਾਬਕ ਆਪਣੇ ਜੀਵਨ ਜਿਉਂਦਾ, ਕਹਿਣ ਦਾ ਭਾਵ ਇਹਨਾਂ ਦਾ ਇਹ ਹੈ। ਤੇ ਸਿੱਖਾਂ ਦੇ 10 ਗੁਰੂ ਸਾਹਿਬਾਨ ਨੇ ਜੀਵਨ ਪੰਥ ਬਾਰੇ ਹਰ ਤਰ੍ਹਾਂ ਦੇ ਹਰ ਪਾਸਿਓਂ ਮੁਕੰਮਲ ਉਪਦੇਸ਼ ਦਿੱਤੇ, ਪੂਰਨੇ ਪਾਏ ਤੇ ਲੀਹਾਂ ਕਾਇਮ ਕੀਤੀਆਂ ਹਨ। ਉਹਨਾਂ ਦੇ ਉਪਦੇਸ਼ ਸਾਡੇ ਪਾਸ ਗੁਰਬਾਣੀ ਦੇ ਰੂਪ ਵਿੱਚ ਮੌਜੂਦ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ 10 ਗੁਰੂ ਸਾਹਿਬਾਨ ਦੀ ਜੋਤ ਹੈ। ਇਸ ਤੋਂ ਅਸੀਂ ਜੀਵਨ ਦੀ ਹਰੇਕ ਔਂਕੜ ਤੇ ਮਸਲੇ ਬਾਰੇ ਗੁਰੂ ਉਪਦੇਸ਼ ਤੇ ਗੁਰੂ ਦਾ ਹੁਕਮ ਜਾਂ ਆਗਿਆ ਪ੍ਰਾਪਤ ਕਰ ਸਕਦੇ ਹਾਂ। ਗੁਰੂ ਸਾਹਿਬ ਦੇ ਪਾਏ ਪੂਰਨੇ ਅਤੇ ਕਾਇਮ ਕੀਤੀਆਂ
ਜੀਵਨ ਲੀਹਾਂ ਉਹਨਾਂ ਦੀਆਂ ਜੀਵਨ ਸਾਖੀਆਂ ਤੇ ਜੀਵਨ ਕਥਾਵਾਂ ਤੋਂ ਮਾਲੂਮ ਹੋ ਸਕਦੀਆਂ ਹਨ। ਤੇ ਇੱਥੇ ਪੜ੍ਹਦੇ ਮੈਨੂੰ ਇੱਕ ਗੱਲ ਚੇਤੇ ਆ ਗਈ। ਇਹ ਹਾਸੇ ਵਾਲੀ ਗੱਲ ਆ। ਹਾਸੇ ਵਾਲੀ ਗੱਲ ਇਦਾਂ ਹੈ ਕਿ ਹੁਣ ਲਿਬੜੀ ਮਾਈ ਨੇ ਨਾ ਕਿਤੇ ਪਿੱਛੇ ਸਟੇਟਮੈਂਟ ਦਿੱਤੀ ਹੈ। ਸਟੇਟਮੈਂਟ ਇਹ ਦਿੱਤੀ ਹੈ, ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਗੁਰੂ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਦੇ 'ਚ ਮੈਕਸੀਕੋ ਦੀ ਕੀ ਕਹੋਗੇ ਤੁਸੀਂ? ਕਹਿੰਦਾ ਮੈਕਸੀਕੋ ਦੀ ਸੱਭਿਅਤਾ ਬਾਰੇ ਕੁਛ ਨਹੀਂ ਲਿਖਿਆ ਨਾ, ਤੇ ਇਟਲੀ ਦੇ ਪਤਾ ਨਹੀਂ ਫਿਰ ਹੈ ਨਾ ਸਾਧੂ ਸੰਤਾਂ ਬਾਰੇ ਕੁਛ ਨਹੀਂ ਲਿਖਿਆ। ਪਰ ਇਸ ਵੇਲੇ ਨਾ ਓਹੋ ਇਹ ਵਿਚਾਰਾ ਕਹੋ ਵੀ ਅਨਪੜ੍ਹ ਢੱਗਾ ਜਿਹੜਾ ਹੈ ਨਾ, ਇਹ ਹਰ ਵੇਲੇ ਹੀ ਆਪਣਾ ਜਿਹੜਾ ਅਸਲ ਰੂਪ ਆ ਉਹ ਲੋਕਾਂ ਸਾਹਮਣੇ ਜ਼ਾਹਰ ਕਰਦਾ ਰਹਿੰਦਾ। ਉਹ ਤੇ ਲੋਕੀ ਮੂਰਖ ਜਿਹੜੇ ਇਹ ਤੋਂ ਵੱਡੇ ਮੂਰਖ ਜਿਹੜੇ ਉਹ ਇਹਦੇ ਮਗਰ ਲੱਗੇ ਹੋਏ। ਔਰ ਇਸ ਵੇਲੇ ਨਾ ਸਿੱਖ ਧਰਮ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਐਕਸਪੈਂਡ ਲੈਟਿਨ ਅਮਰੀਕਾ ਦੇ ਵਿੱਚ ਕਰ ਰਿਹਾ ਬਈ, ਜਿਹਦੇ ਵਿੱਚ ਮੈਕਸੀਕੋ ਵੀ ਆਉਂਦਾ ਆ ਤੇ ਬਾਕੀ ਦੇ ਜਿਹੜੇ ਮੁਲਕ ਹੈਗੇ ਆ ਵੀ ਚਿਲੀ ਹੋ ਗਿਆ, ਅਰਜਨਟੀਨਾ ਹੋ ਗਿਆ, ਬ੍ਰਾਜ਼ੀਲ ਹੋ ਗਿਆ, ਇਹ ਸਾਰੇ ਮੁਲਕ ਆਉਂਦੇ ਆ। ਤੇ ਉਹਨਾਂ ਮੁਲਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਆ ਵੀ ਲੋਕ ਜਿਹੜੇ ਉਹ ਸਿੱਖ ਧਰਮ ਨੂੰ ਅਪਣਾ ਰਹੇ ਨੇ। ਤੇ ਇਹ ਵਿਚਾਰਾ ਕਹਿਣ ਦਿਆ ਵੀ ਹੈਗੇ ਮਤਲਬ ਭਈ ਬੇਵਕੂਫਾ ਭਈ ਜਿਹੜਾ ਨਿਊਟਨ ਦਾ ਕਾਨੂੰਨ ਆ ਹਾਂਜੀ ਜਾਂ 2 ਤੇ 2 4 ਆ ਜੀ ਭਈ ਉਹ ਇਹ ਨਹੀਂ ਤੁਸੀਂ ਕਹਿ ਸਕਦੇ ਹੁੰਦੇ ਵੀ 2+2 ਕਿਆ ਆ, 2+2 4 ਥੋੜੀ ਕਿਆ ਆ। ਜਿਹੜੇ ਸਿਧਾਂਤ ਯੂਨੀਵਰਸਲ ਆ, ਬਿਲਕੁਲ ਜਿਹੜੇ ਸਿਧਾਂਤ ਸਾਰੀ ਲੁਕਾਈ ਦੇ ਉੱਤੇ ਲੱਗਦੇ ਆ, ਬਿਲਕੁਲ ਭਈ ਭਾਈ ਇਸ ਕਰਕੇ ਜਗਤ ਗੁਰੂ ਕਹਿੰਦੇ ਆ। ਇਸ ਕਰਕੇ ਨਹੀਂ ਕਹਿੰਦੇ ਵੀ ਉਹਨਾਂ ਨੇ ਵੀ ਜਿਹੜੀਆਂ ਉਦਾਸੀਆਂ ਕੀਤੀਆਂ ਵੀ ਉਹਨਾਂ ਇਲਾਕਿਆਂ ਦੇ ਜਗਤ ਗੁਰੂ ਸੀ, ਫਿਰ ਉਹਨਾਂ ਨੂੰ ਅਸੀਂ ਇੰਡੀਆ ਦੇ ਗੁਰੂ ਜਾਂ ਹੋਰ ਕਹਿਣਾ ਸੀਗਾ, ਜਗਤ ਗੁਰੂ ਕਹਿੰਦੇ ਆ। ਜਗਤ ਗੁਰੂ ਕਹਿੰਦੇ ਆ। ਇਹ ਸਹੀ ਗੱਲ ਆ ਵੀ ਥੋੜਾ ਜਿਹੀ ਵੀ ਆਪਣਾ ਪੱਧਰ ਉੱਚਾ ਕਰ। ਇਹ ਭਾਈ ਕਿੱਦਾਂ ਬੈਠਾ ਰੇਡੀਓ ਤੇ ਬੋਲੀ ਜਾਂਦਾ ਹੈ ਨਾ, ਬਸ ਉਹੀ ਬਾਂਦਰ ਦੇ ਹੱਥ ਕਰੀ ਜਾਂਦਾ ਹੈ, ਬਾਂਦਰ ਦੇ ਹੱਥ ਬੰਦੂਕ ਦੇ ਦਿੱਤੀ ਆ। ਹੋਰ ਨਹੀਂ ਇੱਕ ਵਾਰੀ ਮਤਲਬ ਸਮਝਣਾ ਹੋਵੇ, ਛੋਟਾ ਜਿਹਾ ਸਿਧਾਂਤ ਆ ਜਿਹੜੇ ਨਾ ਜੇ ਕਿਸੇ ਦਾ ਹੱਕ ਖਾਣਾ ਇੰਡੀਆ 'ਚ ਗਲਤ ਆ ਤੇ ਉਹ ਇੱਥੇ ਵੀ ਗਲਤ ਆ, ਉਹ ਅਮਰੀਕਾ 'ਚ ਵੀ ਗਲਤ ਆ। ਇਹ ਹੈਗਾ ਯੂਨੀਵਰਸਲ ਟਰੂਥ, ਇਹ ਸਿਧਾਂਤ ਆ। ਗੱਲ ਸਿੰਪਲ ਜਿਹੀ ਆ ਭਈ ਗੁਰੂ ਪਾਤਸ਼ਾਹ ਨੇ ਰੱਬ ਬਾਰੇ ਗੱਲ ਕੀਤੀ ਆ ਜੀ, ਬਿਲਕੁਲ ਠੀਕ ਹੈ। ਔਰ ਇਸੇ ਕਰਕੇ ਅਸੀਂ ਕਹਿੰਦੇ ਆ ਭਈ ਸਿੱਖੀ ਜਿਹੜੀ ਆ ਵੀ ਸਿੱਖੀ ਸਿਧਾਂਤ ਜਾਂ ਜਿਹੜੇ ਦੂਸਰੇ ਕਹਿ ਲਓ ਭਈ ਵਾਹਿਗੁਰੂ ਜਿਹੜਾ ਆ ਉਹ ਅਕਾਲ ਆ, ਬਿਲਕੁਲ। ਤੇ ਸਿਧਾਂਤ ਜਿਹੜੇ ਨੇ ਉਹਦੇ ਬਾਰੇ ਜਿਹੜੀ ਉਸ ਅਕਾਲ ਪੁਰਖ ਬਾਰੇ ਗੱਲ ਕਰ ਰਹੇ ਨੇ ਉਹ ਵੀ ਸਮੇਂ ਤੋਂ ਪਰੇ ਨੇ, ਬਿਲਕੁਲ। ਤੇ ਉਹ ਸਮੇਂ ਦੇ ਚੱਕਰ ਤੋਂ, ਜਿਓਗ੍ਰਾਫੀ ਦੇ ਚੱਕਰ ਤੋਂ, ਲੈਂਗੁਏਜ ਦੇ ਚੱਕਰ ਤੋਂ, ਸਾਰਿਆਂ ਤੋਂ ਪਰੇ ਨੇ ਜੀ ਜੀ। ਤੇ ਇਹ ਵਿਚਾਰਾ ਕਹਿ ਰਿਹਾ ਵੀ ਮੈਕਸੀਕੋ ਦੀ ਹੈ ਨਹੀਂ। ਤੇ ਭਰਾਵਾ ਭਈ ਤੂੰ ਦੱਸ ਦੇ ਵੀ ਤੈਨੂੰ ਮੈਕਸੀਕੋ ਦਾ ਪਤਾ ਕੀ ਆ, ਮੈਕਸੀਕੋ ਦਾ ਸਪੈਲਿੰਗ ਹੀ ਦੱਸ ਦੇ ਤੂੰ, ਬਾਕੀ ਗੱਲਾਂ ਦੇ ਬਾਅਦ ਜੇ ਕਿਤੇ ਤੂੰ ਮੈਕਸੀਕੋ ਵਾਲਿਆਂ ਨੂੰ ਕਹਿੰਦੇ ਸੁਣ ਲਿਆ ਵੀ ਮੈਕਸੀਕੋ ਕਹਿੰਦੇ ਆ ਉਹ, ਫਿਰ ਤੈਨੂੰ ਤਾਂ ਕਨਫਿਊਜ਼ ਹੋ ਜਾਣਾ ਵੀ ਇਹ ਵੀ ਆਹ ਤੇ ਐਕਸ ਪਿਆ, ਇਹ ਐਚ ਕੱਲ ਹੀ ਪੜੀ ਜਾਂਦੇ ਆ। ਸਹੀ ਗੱਲ ਹੈ, ਸਹੀ ਗੱਲ ਹੈ। ਸੋ ਇਹ ਇਹੋ ਜਿਹੇ ਬੇਵਕੂਫ ਜਿਹੜੇ ਬੰਦੇ ਆ ਨਾ ਵੀ ਉਹ ਬਹਿ ਕੇ ਤੇ ਸਾਰੀ ਦੁਨੀਆ ਨੂੰ ਅਖੇ ਭਈ ਅਕਲ ਦਿੰਦੇ ਫਿਰਦੇ ਆ। ਮਤਲਬ ਸਿਰੇ ਦੀ ਮੂਰਖਤਾਈ ਭਰੀ ਸਟੇਟਮੈਂਟ ਦੇ ਕੇ ਉਹਨੂੰ ਆਪਣੇ ਆਪ ਨੂੰ ਵਿਦਵਾਨ ਦੱਸਦੇ ਫਿਰਦੇ ਕਿ ਅਸੀਂ ਜੀ ਬਹੁਤ ਤਗੜੇ ਵਿਦਵਾਨ ਆ। ਪਰ ਉਹ ਗੱਲ ਉਹੀ ਹੈ ਨਾ ਵੀ ਜਿਹੜੇ ਇਹਨੂੰ ਵਿਦਵਾਨ ਸਮਝਦੇ ਆ ਜੀ, ਉਹਨਾਂ ਦੀ ਅਕਲ ਦੇਖੋ ਵੀ ਕਿੰਨੀ ਕਹੋ, ਜਿਹੜੇ ਇਹਨੂੰ ਸਿਆਣੇ ਸਮਝਦੇ ਆ। ਬਿਲਕੁਲ ਬਿਲਕੁਲ। ਨਹੀਂ ਉਹ ਤਾਂ ਇਹ ਕਿਤੇ ਆਪੇ ਵੀ ਕਹਿ ਚੁੱਕਾ ਹੈ, ਕਹਿੰਦਾ ਜਿਹੜੇ ਸਾਨੂੰ ਸੁਣਦੇ ਉਹਨਾਂ ਕੋਲ ਦਿਮਾਗ ਦਿਮਾਗ ਫਿਰ ਇਹ ਜੇ ਤੁਹਾਡੇ ਕੋਲੇ ਅਕਲ ਨਹੀਂ ਤਾਂ ਤੁਸੀਂ ਸਾਨੂੰ ਹੀ ਸੁਣਨਾ ਸੀਗਾ। ਤਾਂ ਏਦਾਂ ਦੀ ਸਟੇਟਮੈਂਟਾਂ ਦਿੰਦਾ ਬਹਿ ਕੇ ਉੱਥੇ। ਨਾ ਇਹ ਤਾਂ ਜੀ ਹੱਸ ਬਹੁਤ ਕਹਿ ਲਓ ਕਿ ਹੱਸ ਹੋਈ ਸਟੇਟਮੈਂਟ ਆ ਕਿ ਇਦਾਂ ਦੀ ਸੱਭਿਅਤਾ ਨਹੀਂ ਹੈਗੀ। ਤਾਂ ਜਿਹੜੇ ਯੂਨੀਵਰਸਲ ਸਿਧਾਂਤ ਆ, ਔਰ ਆਪਾਂ ਅੱਗੇ ਵੀ ਮੈਂ ਹਾਲੇ ਇੱਕ ਪ੍ਰੋਗਰਾਮ 'ਚ ਕਿਸੇ 'ਚ ਗੱਲ ਕੀਤੀ ਵੀ ਜੇ ਅੱਜ ਧਰਤੀ ਜਿਹੜੀ ਆ ਉਹ ਤਬਾਹ ਹੋ ਜਾਵੇ, ਬਿਲਕੁਲ, ਤੇ ਉਹਦੇ ਨਾਲ ਸਾਰੀ ਜਿਹੜੀ ਮਨੁੱਖਤਾ ਆ ਵੀ ਉਹ ਖਤਮ ਹੋ ਜਾਵੇ, ਬਿਲਕੁਲ, ਸਾਰੇ ਜਾਨਵਰ ਜੀ ਜਿੰਨੇ ਹੈਗੇ ਧਰਤੀ ਦੇ ਉੱਤੇ ਸਾਰਾ ਕੁਝ ਖਤਮ ਹੋ ਜਾਣਾ ਜੀ ਜੀ। ਕਿਸੇ ਹੋਰ ਪਲੈਨਟ ਦੇ ਉੱਤੇ ਨਵੇਂ ਸਿਰਿਓਂ ਕੋਈ ਨਵੇਂ ਤਰ੍ਹਾਂ ਦੀ ਜਿਹੜੀ ਲੁਕਾਈ ਆ ਵੀ ਉਹ ਸ਼ੁਰੂ ਹੋਵੇ, ਐਸਟੈਬਲਿਸ਼ ਹੋਵੇ ਜੀ। ਔਰ ਉੱਥੇ ਵੀ ਇਹ ਜਿਹੜੇ ਸਿਧਾਂਤ ਨੇ ਭਈ ਜਦੋਂ ਬੰਦਾ ਉੱਥੇ ਜਿਹੜਾ ਆ ਵੀ ਉਹ ਲੁਕਾਈ ਜਿਹੜੀ ਉਹ ਸੋਚਣਾ ਸ਼ੁਰੂ ਕਰੂਗੀ, ਬਿਲਕੁਲ, ਭਈ ਇਹ ਜੋ ਕੁਝ ਵੀ ਦੇਖ ਰਹੇ ਆ ਵੀ ਇਹਦਾ ਕੋਈ ਕਰਤਾ ਹੈਗਾ ਆ ਜੀ। ਔਰ ਉਹ ਕਰਤੇ ਦੀਆਂ ਫੇਰ ਗੁਣ ਕੀ ਨੇ ਉਸ ਕਰਤੇ ਦੇ, ਉਹ ਕਰਤਾ ਕਿਹੋ ਜਿਹਾ ਹੋਊਗਾ, ਬਿਲਕੁਲ। ਉਹਨਾਂ ਨੇ ਵੀ ਜਿਹੜਾ ਮੂਲ ਮੰਤਰ ਦੇ ਸਿਧਾਂਤ ਆ ਵੀ ਉਹਨਾਂ ਤੇ ਪਹੁੰਚ ਜਾਣਾ, ਸਹੀ ਗੱਲ। ਔਰ ਉਹ ਜਿਹੜੇ ਸਿੱਖੀ ਦੇ ਸਿਧਾਂਤ ਹੈਗੇ ਨੇ ਉਹ ਸਾਰੇ ਜਿਹੜੇ ਆ ਉਹਨਾਂ ਨੇ ਡਿਸਕਵਰ ਕਰ ਲੈਣੇ ਆ, ਬਿਲਕੁਲ। ਔਰ ਇਦਾਂ ਹੀ ਜਿਹੜੇ ਨਿਊਟਨ ਦੇ ਆ ਦੂਸਰੇ ਕਾਨੂੰਨ ਨੇ, ਸਿਧਾਂਤ ਨੇ, ਜਿਹੜੇ ਆਇਨਸਟਾਈਨ ਨੇ ਜੋ ਲੱਭਿਆ ਆ ਉਹ ਸਾਰਾ ਕੁਝ ਦੁਬਾਰਾ ਲੱਭ ਪੈਣਾ, ਬਿਲਕੁਲ। ਉਹ ਭਰਾਵਾ ਇਹ ਸਿਰਫ ਇੰਡੀਆ ਤੇ ਮੈਕਸੀਕੋ ਦੀ ਗੱਲ ਨਹੀਂ,
ਇਹ ਤੇ ਬ੍ਰਹਮੰਡ ਦੀ ਗੱਲ ਹੋਣ ਦਾ ਹੀ ਆ। ਬਿਲਕੁਲ ਤੇਰੇ ਅਜੇ ਤੱਕ ਇੰਨਾ ਨਹੀਂ ਨੁਕਤਾ ਜੇ ਦਿਮਾਗ 'ਚ ਪਿਆ ਸਹੀ ਗੱਲ ਤੇ ਲਾਹਨਤ ਆ। ਲਾਹਨਤ ਹੀ ਆ। ਫੰਡਰ ਗਾਂ ਹੀ ਰਹਿਣਾ ਬਸ। ਧੰਨ ਨੇ ਜਿਹੜੇ ਇਹਨੂੰ ਵਿਦਵਾਨ ਸਮਝਦੇ ਨੇ ਭਾਜੀ, ਧੰਨ ਨੇ ਵਾਕਈ ਉਹ ਇੱਕੋ ਜਿਹੇ ਇਕੱਠੇ ਹੋਏ ਆ ਸਾਰੇ। ਬਿਲਕੁਲ ਨਹੀਂ ਭਾਜੀ, ਜਿਹੜੇ ਆਪ ਜੀ ਨੇ ਦੱਸਿਆ ਨਾ ਉਹਦਾ ਬੇਸਿਕ ਨੁਕਤਾ ਆ, ਜਿਹੜੇ ਉਹ ਸਿਧਾਂਤ ਲੱਭੇ ਬਗੈਰ ਚੰਗਾ ਸਮਾਜ ਬਣ ਹੀ ਨਹੀਂ ਸਕਦਾ। ਬਿਲਕੁਲ ਉਹ ਆਪੇ ਲੱਭੇ ਜਾਣੇ ਆ। ਜਦੋਂ ਉਹ ਸਾਰਾ ਕੁਝ ਵਰਤਣਾ ਨਾ ਤਾਂ ਉਹ ਸਾਰਾ ਕੁਝ ਆਪੇ ਹੀ ਲੱਭਿਆ ਜਾਣਾ। ਆਪਾਂ ਇੱਕ ਹੋਰ ਵੀ ਗੱਲ ਕੀਤੀ ਸੀ ਭਈ, ਉਹ ਸ਼ਾਇਦ ਛੋਟਾ ਜਿਹਾ ਮੈਂ ਲੇਖ ਲਿਖਿਆ ਸੀਗਾ ਜੀ, ਉਹਦੇ ਵਿੱਚ ਇਹ ਸੀਗਾ ਭਈ ਜਿਹੜੀ ਇੰਗਲਿਸ਼ ਲੈਂਗੁਏਜ ਆ ਜੀ ਭਈ ਉਹਦੇ ਵਿੱਚ ਇੱਕ ਇਨਵੈਂਸ਼ਨ ਆ, ਇੱਕ ਡਿਸਕਵਰੀ ਆ ਜੀ। ਭਈ ਡਿਸਕਵਰੀ ਉਹ ਆ ਵੀ ਜਿਹੜੀ ਕੋਈ ਚੀਜ਼ ਐਗਜ਼ਿਸਟ ਕਰਦੀ ਆ ਤੇ ਉਹਨੂੰ ਕਿਸੇ ਨੇ ਡਿਸਕਵਰ ਕੀਤਾ, ਲੱਭਿਆ ਜੀ। ਤੇ ਇਨਵੈਂਸ਼ਨ ਉਹ ਆ ਵੀ ਜਿਹੜੀ ਪਹਿਲਾਂ ਐਗਜ਼ਿਸਟ ਨਹੀਂ ਕਰਦੀ, ਕਿਸੇ ਨੇ ਬਿਲਕੁਲ ਐਨ ਜ਼ੀਰੋ ਤੋਂ ਬਣਾਈ ਆ। ਭਈ ਡਿਸਕਵਰੀ ਜਿੱਦਾਂ ਇਹ ਹੋ ਗਈ ਵੀ ਜਿਹੜੇ ਨਿਊਟਨ ਦੇ ਸਿਧਾਂਤਾਂ ਦੀ ਆਪਾਂ ਗੱਲ ਕਰੀ ਦੀ, ਉਹਨੇ ਡਿਸਕਵਰ ਕੀਤੇ ਆ। ਬਿਲਕੁਲ ਭਈ ਸਿਧਾਂਤ ਜਿਹੜੇ ਆ ਉਹ ਪਹਿਲਾਂ ਵੀ ਐਗਜ਼ਿਸਟ ਕਰਦੇ ਸੀ, ਕਾਨੂੰਨ ਲਾਗੂ ਸੀਗੇ। ਭਈ ਗ੍ਰੈਵਿਟੀ ਜਿਹੜੀ ਆ, ਜਾਂ ਦੂਸਰਾ ਜਿਹੜਾ ਹੈਗਾ ਆ ਵੀ ਮਾਸ ਦਾ ਤੇ ਐਕਸਲਰੇਸ਼ਨ ਦਾ ਜਿਹੜਾ ਆਪਸ ਵਿੱਚ ਰਿਸ਼ਤਾ ਆ, ਵੈਲੋਸਿਟੀ ਦਾ ਰਿਸ਼ਤਾ, ਉਹ ਸਾਰਾ ਕੁਝ ਜਿਹੜਾ ਭਈ ਜਿਹਨੂੰ ਲਾਗੂ ਕਰਕੇ ਤੇ ਬੰਦਾ ਚੰਦਰਮੇ ਤੱਕ ਪਹੁੰਚ ਗਿਆ, ਬਿਲਕੁਲ ਉਹ ਕਾਨੂੰਨ ਸੀਗੇ, ਉਹਨੇ ਡਿਸਕਵਰ ਕੀਤੇ ਸਿਰਫ। ਬਿਲਕੁਲ ਪਰ ਜਿਹੜਾ ਜਹਾਜ਼ ਆ, ਹਵਾਈ ਜਹਾਜ਼, ਉਹ ਐਗਜ਼ਿਸਟ ਹੀ ਨਹੀਂ ਕਰਦਾ। ਉਹ ਰਾਈਟ ਬ੍ਰਦਰਸ ਨੇ ਜ਼ੀਰੋ ਤੋਂ ਬਣਾਇਆ। ਬਿਲਕੁਲ ਉਹਨਾਂ ਨੇ ਬਣਾਇਆ। ਬਿਲਕੁਲ ਪਰ ਸਿੱਖੀ ਦੇ ਵਿੱਚ ਜਿਹੜਾ ਸਿੱਖ ਕਹਿ ਲਓ ਭਈ ਵਰਲਡ ਵਿਊ ਆ ਜੀ, ਭਈ ਉਹਦੇ ਵਿੱਚ ਡਿਸਕਵਰੀ ਤੇ ਇਨਵੈਂਸ਼ਨ ਦਾ ਫਰਕ ਨਹੀਂਗਾ ਜੀ। ਔਰ ਉਹ ਇਸੇ ਕਰਕੇ ਹੀ ਆ ਭਈ ਜਿਹੜਾ ਸਿਧਾਂਤਾਂ ਦੇ ਉੱਤੇ ਬੇਸ ਕਰਕੇ ਜੀ ਭਈ ਰਾਈਟ ਬ੍ਰਦਰਸ ਨੇ ਜਹਾਜ਼ ਬਣਾਇਆ ਆ। ਬਿਲਕੁਲ ਉਹ ਸਿਧਾਂਤ ਜੇ ਨਾ ਹੁੰਦੇ, ਉਹ ਮਟੀਰੀਅਲ ਨਾ ਹੁੰਦੇ ਤੇ ਉਹ ਸਿਸਟਮ ਜਿਹੜੇ ਆ ਵੀ ਉਹ ਨਾ ਐਗਜ਼ਿਸਟੈਂਸ ਦੇ ਵਿੱਚ ਤੇ ਉਹਦੇ ਜਹਾਜ਼ ਕਿੱਥੋਂ ਬਣਨਾ ਹੈ, ਕਿੱਥੋਂ ਬਣਨਾ ਸੀਗਾ। ਔਰ ਉਹਨੂੰ ਜੇ ਦੂਸਰੇ ਤਰੀਕੇ ਨਾਲ ਵੇਖਣਾ ਹੋਵੇ ਤੇ ਜਿੱਦਾਂ ਆਪਾਂ ਪਹਿਲਾਂ ਉਦਾਹਰਨ ਦਿੱਤੀ ਆ ਵੀ ਜੇ ਦੁਨੀਆ ਅੱਜ ਖਤਮ ਹੋ ਜਾਵੇ, ਕਿਸੇ ਹੋਰ ਪਲੈਨਟ ਦੇ ਉੱਤੇ ਮੁੱਢੋਂ ਜ਼ੀਰੋ ਤੋਂ ਸਾਰਾ ਕੁਝ ਜਿਹੜਾ ਆ ਉਹ ਸ਼ੁਰੂ ਹੋਵੇ ਜੀ, ਉੱਥੇ ਦੇ ਜਿਹੜੇ ਕਾਨੂੰਨ ਹੋਣੇ ਆ, ਕਿਉਂਕਿ ਹੋ ਸਕਦਾ ਵੀ ਉੱਥੇ ਦੀ ਗ੍ਰੈਵਿਟੀ ਜਿਹੜੀ ਆ ਉਹ ਅਰਥ ਦੀ ਗ੍ਰੈਵਿਟੀ ਤੋਂ ਡਿਫਰੈਂਟ ਹੋਵੇ। ਜਿੱਦਾਂ ਚੰਦਰਮੇ ਦੀ ਜਿਹੜੀ ਗ੍ਰੈਵਿਟੀ ਆ ਉਹ 6ਵਾਂ ਹਿੱਸਾ ਆ ਧਰਤੀ ਦੀ ਗ੍ਰੈਵਿਟੀ ਦਾ। ਸੋ ਇਸ ਕਰਕੇ ਵੀ ਜਿਹੜਾ ਤੁਸੀਂ ਜਹਾਜ਼ ਚੰਦਰਮੇ ਦੇ ਉੱਤੇ ਉਡਾਉਣਾ ਆ ਜੀ, ਉਹਦੇ ਉੱਤੇ ਕਾਨੂੰਨ ਜਿਹੜੇ ਆ ਉਹ ਡਿਫਰੈਂਟ ਲੱਗਣੇ ਬਿਲਕੁਲ। ਸੋ ਇਸ ਕਰਕੇ ਭਈ ਔਰ ਫੇਰ ਜਿਹੜੀ ਆ ਵੀ ਉੱਥੇ ਐਟਮੋਸਫੀਅਰ ਹੈ ਨਹੀਂਗਾ ਤੇ ਉਹ ਸਾਰਾ ਕੁਝ ਜਿਹੜਾ ਆ ਤੁਹਾਨੂੰ ਉਹਦੇ ਮੁਤਾਬਕ ਕਰਨਾ ਪੈਣਾ। ਬਿਲਕੁਲ ਹੁਣ ਉਹੀ ਜਿਹੜਾ ਸਿਸਟਮ ਆ ਵੀ ਜਦੋਂ ਤੁਸੀਂ ਕਿਸੇ ਹੋਰ ਧਰਤੀ ਦੇ ਉੱਤੇ ਕਿਸੇ ਹੋਰ ਕਾਨੂੰਨ ਜਿਹੜੇ ਆ ਵੀ ਗ੍ਰੈਵਿਟੀ ਡਿਫਰੈਂਟ ਆ, ਉੱਥੇ ਫੇਰ ਜਿਹੜਾ ਦੂਸਰੀ ਜਿਹੜੀ ਕਹਿ ਲਓ ਭਈ ਉਹਦੀ ਡੈਂਸਿਟੀ ਆ ਐਟਮੋਸਫੀਅਰ ਦੀ ਉਹ ਡਿਫਰੈਂਟ ਆ। ਉਹ ਸਾਰਾ ਕੁਝ ਤੁਹਾਨੂੰ ਲੈ ਕੇ ਕੈਲਕੂਲੇਟ ਕਰਕੇ ਉਹਦੇ ਮੁਤਾਬਕ ਕਿਸੇ ਹੋਰ ਨੇ ਉੱਥੇ ਜਹਾਜ਼ ਬਣਾ ਲੈਣਾ ਹੈ ਜਾਂ ਉੱਡਣੇ ਦਾ ਕਰ ਲੈਣਾ ਹੈ। ਸਹੀ ਗੱਲ। ਸੋ ਇਸ ਕਰਕੇ ਵੀ ਤਾਂ ਕਰਕੇ ਆਪਾਂ ਕਹੀਦਾ ਵੀ ਸਿੱਖੀ ਦੇ ਵਿੱਚ ਇਨਵੈਂਸ਼ਨ ਨਹੀਂ ਗੀ, ਸਾਰਾ ਕੁਝ ਡਿਸਕਵਰੀਆਂ ਹੀ ਆ। ਭਈ ਰੱਬ ਦਾ ਆਲਰੇਡੀ ਜਿਹਨੂੰ ਕਰਤਾ ਪੁਰਖ ਕਹਿੰਦੇ ਆ ਵੀ ਰੱਬ ਨੇ ਆਲਰੇਡੀ ਸਾਰਾ ਕੁਝ ਜਿਹੜਾ ਆ ਭਈ ਉਹ ਸੰਭਾਵਨਾਵਾਂ ਜਿੰਨੀਆਂ ਨੇ ਉਹ ਆਲਰੇਡੀ ਬਣਾਈਆਂ ਹੋਈਆਂ ਨੇ। ਬਿਲਕੁਲ ਅਸੀਂ ਸੰਭਾਵਨਾਵਾਂ ਡਿਸਕਵਰ ਕਰਦੇ ਆ। ਬਿਲਕੁਲ ਭਈ ਆਹ ਸੰਭਾਵਨਾ ਜਿਹੜੀ ਆ ਇਹਦੇ ਮੁਤਾਬਕ ਆ ਕੀਤਾ ਜਾ ਸਕਦਾ। ਬਿਲਕੁਲ ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹਨੂੰ ਅਸੀਂ ਵੀ ਇਹ ਹਿਸਾਬ ਦੇ ਨਾਲ ਲੈ ਕੇ ਤੇ ਇਹਨੂੰ ਚੰਗੀ ਤਰ੍ਹਾਂ ਸਮਝ ਸਕਦੇ ਆ ਵੀ ਜਿਹੜੇ ਇਹੋ ਜਿਹੇ ਬੇਵਕੂਫ ਬੈਠੇ ਹੋਏ ਨੇ। ਸਹੀ ਗੱਲ ਹੈ ਜੀ। ਵੀ ਜਿਹੜੇ ਸਿਰਫ ਇੰਨਾ ਕੁ ਕਰਨੇ ਜੋਗੇ ਹੀ ਆ ਵੀ ਭਾਈ ਵੀ ਤੂੰ ਆਹ ਭਰ ਦੇ ਤੇ ਤੂੰ ਆਹ ਭਰ ਦੇ, ਵੀ ਇਹਨੂੰ ਛੱਡ ਦੇ ਤੇ ਉਹ ਕਰ ਲਾ, ਵੀ ਜਿਹੜੀਆਂ ਡੈਡਲਾਈਨ ਆ ਸਿਰਫ ਉਹ ਮੀਟ ਕਰਨੇ ਜੋਗੇ ਹੀ ਆ। ਬਿਲਕੁਲ ਵੀ ਉਹ ਇਸ ਵੇਲੇ ਵੀ ਏਦਾਂ ਬਣ ਕੇ ਬੈਠੇ ਹੋਏ ਵੀ ਸਾਰੀ ਦੁਨੀਆ ਦਾ ਪਤਾ ਹੀ ਉਹਨੂੰ ਪਤਾ ਨਹੀਂ ਖਰੇ ਵੀ ਮੈਕਸੀਕੋ ਦਾ ਵੀ ਹੁਣੇ ਹੀ ਪਤਾ ਲੱਗਿਆ ਵੀ ਜਿਹੜਾ ਦਿਮਾਗ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਵੀ ਭੱਜਣ ਦੀ ਜਗ੍ਹਾ ਲੱਭਦਾ ਫਿਰਦਾ ਹੋਣਾ। ਕਿਸੇ ਨੇ ਕਿਹਾ ਹੋਣਾ ਵੀ ਉਹ ਮੈਕਸੀਕੋ ਦੇਖ ਲਾ ਵੀ ਅਮਰੀਕਾ ਦੇ ਨਾਲ ਲੱਗਦਾ ਵੀ ਉੱਥੇ ਫਾਇਦਾ ਰਹੂਗਾ, ਵੀ ਇਹ ਕਿਤੇ ਲੱਭਣਾ ਕਿਸੇ ਨੇ ਨਹੀਂ ਤੈਨੂੰ। ਬਿਲਕੁਲ ਬਿਲਕੁਲ। ਉਹ ਹੁਣ ਕਰਦੇ ਫਿਰਦੇ ਆ, ਲਾਹਣ ਤੇ ਆ ਇਹਨਾਂ ਦੇ। ਲਾਹਣ ਦੀ ਹੈ, ਸਹੀ ਗੱਲ ਹੈ ਜੀ, ਸਹੀ ਗੱਲ। ਬੰਦਾ ਆਪਣੀ ਭਾਜੀ ਗੱਲਾਂ ਬਾਤਾਂ ਤੋਂ ਪਛਾਣਿਆ ਜਾਂਦਾ ਆ। ਹੁਣ ਜੇ ਇਹੋ ਜਿਹੀਆਂ ਮੂਰਖਤਾਈਆਂ ਭਰੀਆਂ ਸਟੇਟਮੈਂਟਾਂ ਦੇ ਕੇ ਵੀ ਲੋਕੀ ਇਹਨੂੰ ਨਹੀਂ ਪਛਾਣ ਪਾ ਰਹੇ, ਫਿਰ ਲੋਕੀ ਕਿੱਡੇ ਮੂਰਖ ਹੋਣੇ ਤੁਸੀਂ ਆਪਣੀ ਅੰਦਾਜ਼ਾ ਲਾ ਲਓ। ਜਾਂ ਫਿਰ ਬਾਹਮਣਾਂ ਦੇ ਜਿਹੜੇ ਛੱਡੇ ਹੋਏ ਜਾਲੀ ਆਈਡੀਆਂ ਬਣਾਈਆਂ ਬਸ ਉਹ ਹਵਾ ਦੇਣ ਦਾ ਆ। ਹਾਂ ਬਿਲਕੁਲ ਭਾਜੀ, ਬਿਲਕੁਲ ਬਿਲਕੁਲ। ਟੁੱਕੜ ਤਾਂ ਪੈ ਨਹੀਂ ਰਹੇ ਆ ਉਹਦੇ ਵਿੱਚ, ਤਾਂ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਹੈਗਾ ਨਾ ਜੀ। ਤੇ ਜਿਸ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰਦੇ ਆ, ਕਿਸੇ ਨੂੰ ਸ਼ੱਕ ਰਹੇਗੀ ਇਹ ਗੁਰੂ ਇਤਿਹਾਸ ਤੇ ਹਮਲੇ ਕਰਦੇ ਆ, ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰਦੇ ਆ, ਸਿੱਖ ਇਤਿਹਾਸ ਦੇ ਉੱਤੇ ਹਮਲੇ ਕਰਦੇ ਹੈਗੇ ਆ। ਤੇ
ਖੈਰ ਉਹ ਇਹੀ ਆਰਟੀਕਲ ਦੇ ਵਿੱਚ ਭਾਈ ਦੱਸ ਰਹੇ ਕਿ ਜਿਹੜਾ ਗੁਰਬਾਣੀ ਦੇ ਰੂਪ ਵਿੱਚ ਜਿਹੜੇ ਉਪਦੇਸ਼ ਸਾਡੇ ਕੋਲ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਜੋ ਗੁਰੂ ਸਾਹਿਬ ਨੇ ਸਿਧਾਂਤ ਸਾਨੂੰ ਦਿੱਤੇ ਨੇ, ਤੇ ਅਸੀਂ ਬਾਰ-ਬਾਰ ਉਹਨਾਂ ਨੂੰ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਤਾਂ ਕਿ ਇੱਕ ਅਸੀਂ ਚੰਗਾ ਸਮਾਜ ਅਸੀਂ ਬਣਾ ਸਕੀਏ ਤੇ ਇਹੋ ਜਿਹੇ ਜਿਹੜੇ ਸਾਡੇ ਹੈਗੇ ਆ ਬਹਿਰੂਪੀਏ ਇਹਨਾਂ ਨੂੰ ਪਛਾਣ ਸਕੀਏ। ਤੇ ਭਾਈ ਇਹ ਆਰਟੀਕਲ ਥੋੜ੍ਹਾ ਜਿਹਾ ਰਹਿ ਗਿਆ, ਇਹਨੂੰ ਪੜ੍ਹ ਕੇ ਫਿਰ ਖਤਮ ਕਰ ਦਿੰਦੇ ਹੈ ਨਾ ਜੀ। ਅੱਗੇ ਉਹ ਲਿਖਦੇ ਹਨ ਕਿ ਤਾਂ ਤੇ ਸਿੱਖ ਦਾ ਫਰਜ਼ ਹੈ ਕਿ ਗੁਰਬਾਣੀ ਨੂੰ ਪੜ੍ਹੇ ਤੇ ਵਿਚਾਰੇ ਅਤੇ ਉਸ ਵਿਚਲੇ ਹੁਕਮਾਂ ਦੀ ਪਾਲਣਾ ਕਰੇ, ਉਹਨਾਂ ਅਨੁਸਾਰ ਆਪਣਾ ਜੀਵਨ ਢਾਲੇ। ਨਾਲ ਹੀ ਉਸ ਦਾ ਇਹ ਵੀ ਫਰਜ਼ ਹੈ ਕਿ ਗੁਰ ਇਤਿਹਾਸ ਦੀ ਸ਼ਰਧਾ ਤੇ ਪ੍ਰੇਮ ਸਹਿਤ ਮੁਤਾਲਿਆ ਕਰੇ, ਇਸ ਤੋਂ ਪ੍ਰਾਪਤ ਹੋਈ ਸਿੱਖਿਆ ਨੂੰ ਆਪਣੇ ਜੀਵਨ ਦਾ ਆਸਰਾ ਆਧਾਰ ਬਣਾਵੇ। ਜਿਹੜੇ ਸਿੱਖ ਬਜ਼ੁਰਗਾਂ ਮਹਾਂਪੁਰਸ਼ਾਂ ਨੇ ਗੁਰੂ ਸਾਹਿਬਾਨ ਦੇ ਹੁਕਮਾਂ ਮੁਜਬ ਜੀਵਨ ਗੁਜ਼ਾਰਿਆ ਤੇ ਜੀਵਨ ਕਾਲ ਨੂੰ ਸਫਲ ਕੀਤਾ, ਉਹਨਾਂ ਦੀਆਂ ਸਾਖੀਆਂ ਕਥਾਵਾਂ ਤੇ ਜੀਵਨੀਆਂ ਤੋਂ ਵੀ ਕੀਮਤੀ ਸਿੱਖਿਆ ਤੇ ਚਾਨਣ ਮਿਲ ਸਕਦਾ ਹੈ। ਉਹਨਾਂ ਦਾ ਵੀ ਮੁਤਾਲਿਆ ਕਰਨਾ ਜ਼ਰੂਰੀ ਹੈ। ਗੁਰੂ ਜੀ ਦਾ ਕਥਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਵੱਡ ਵਡੇਰੇ ਮਹਾਂਪੁਰਸ਼ਾਂ ਦੀਆਂ ਜੀਵਨ ਸਾਖੀਆਂ ਵਾਚਣ ਕਰਕੇ ਪੁੱਤ ਸਪੁੱਤ ਜਾਂ ਚੰਗੇ ਪੁੱਤ ਬਣ ਜਾਂਦੇ ਹਨ। ਗੁਰਬਾਣੀ ਤੇ ਗੁਰ ਇਤਿਹਾਸ ਦੇ ਪਾਠ ਵਿਚਾਰ ਤੋਂ ਛੁੱਟ ਜੀਵਨ ਵਿੱਚ ਸਫਲਤਾ ਲਈ ਇਹ ਵੀ ਜ਼ਰੂਰੀ ਹੈ ਕਿ ਮਨੁੱਖ ਹਰ ਸਮੇਂ ਪਰਮਾਤਮਾ ਨੂੰ ਯਾਦ ਰੱਖੇ ਤੇ ਯਾਦ ਕਰਦਾ ਰਹੇ ਅਤੇ ਹਰ ਔਕੜ ਸਮੇਂ ਉਸ ਦੀ ਸਹਾਇਤਾ ਲਈ ਅਰਦਾਸ ਕਰੇ। ਜੇ ਉਹ ਇਹੋ ਜਿਹਾ ਕਰਦਾ ਰਹੇਗਾ ਤਾਂ ਉਹ ਕਦੇ ਕੁਰਾਹੇ ਨਹੀਂ ਪਵੇਗਾ, ਕੁਕਰਮ ਨਹੀਂ ਕਮਾਵੇਗਾ। ਹਰ ਵੇਲੇ ਯਾਦ ਰੱਖਣ ਤੇ ਯਾਦ ਕਰਨ ਦਾ ਦੂਜਾ ਨਾਂ ਸਿਮਰਨ ਹੈ। ਇਸ ਕਰਕੇ ਸਿਮਰਨ ਸਿੱਖੀ ਜੀਵਨ ਦਾ ਜ਼ਰੂਰੀ ਅੰਗ ਹੈ। ਥੋੜ੍ਹੇ ਸ਼ਬਦਾਂ ਵਿੱਚ ਸਿੱਖੀ ਇਹ ਦੱਸਦੀ ਤੇ ਇਹ ਮੰਗ ਕਰਦੀ ਹੈ ਕਿ ਆਦਮੀ ਨਾਮ ਜਪੇ, ਕਿਰਤ ਕਰੇ, ਵੰਡ ਕੇ ਛਕੇ। ਬਿਲਕੁਲ ਜੀ। ਹੁਣ ਇਹਦੇ ਵਿੱਚ ਆਪਾਂ ਮੈਂ ਆਖਰੀ ਗੱਲ ਕਹਿ ਕੇ ਮੁਕਾਈਏ ਪਈ, ਜਿਹੜਾ ਉਹ ਕਹਿੰਦੇ ਨਾ ਵੀ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਜੀ। ਹੁਣ ਉਹ ਇੱਥੋਂ ਹੀ ਪਤਾ ਲੱਗਦਾ ਵੀ ਜਿਹੜੇ ਇਹ ਅਪਗ੍ਰੇਡ ਆ ਤੇ ਜਿਹੜਾ ਇਹ ਢੱਡਰੀਆਂ ਵਾਲਾ ਆ ਵੀ ਕਿਉਂ ਜਿਹੜੀਆਂ ਬਾਣੀਆਂ ਕਹਾਣੀਆਂ ਨੇ ਵੀ ਉਹਨਾਂ ਦੇ ਉੱਤੇ ਹਮਲੇ ਕਰ ਰਹੇ ਨੇ। ਬਿਲਕੁਲ ਕਿਉਂਕਿ ਉਹ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਸਿੱਖਿਆਵਾਂ ਨੇ ਬਹੁਤ ਜ਼ਿਆਦਾ, ਔਰ ਉਹ ਸਿੱਖਿਆਵਾਂ ਜਿਹੜੀਆਂ ਆ ਵੀ ਉਹਨਾਂ ਨੂੰ ਜਿਹੜਾ ਗ੍ਰਹਿਣ ਕਰਨਾ ਉਹ ਜ਼ਰੂਰੀ ਆ ਜੀ। ਵੀ ਜਿੱਦਾਂ ਹੁਣ ਵੀ ਠੀਕ ਆ ਵੀ ਆਪਾਂ ਕਹੀਦਾ ਹੁੰਦਾ ਵੀ ਇਹ ਵੀ ਗੁਰੂ ਸਿੱਖੀ ਦੇ ਵਿੱਚ ਚਮਤਕਾਰ ਹੈ ਨਹੀਂ ਗੇ ਤੇ ਹੋਰ ਸਾਰਾ ਕੁਝ ਜਿਹੜਾ ਵੀ ਇਸ ਕਰਕੇ ਵੀ ਉਹ ਕਹਾਣੀ ਜਿਹੜੀ ਆ ਵੀ ਉਹ ਅਸਲੀ ਨਹੀਂ ਗੀ। ਵੀ ਜਦੋਂ ਆਪਾਂ ਕਹੀਦਾ ਵੀ ਹਸਨ ਅਬਦਾਲ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਜਦੋਂ ਠਹਿਰੇ ਆ ਤੇ ਉੱਥੇ ਦਾ ਜਿਹੜਾ ਵਲੀ ਕੰਧਾਰੀ ਸੀਗਾ ਵੀ ਉਹਨੇ ਅਖੇ ਇੱਦਾਂ ਪੱਥਰ ਸੁੱਟਿਆ ਆ ਤੇ ਗੁਰੂ ਪਾਤਸ਼ਾਹ ਨੇ ਐ ਰੋਕ ਲਿਆ। ਉਹ ਜਿਹੜੇ ਚਮਤਕਾਰੀ ਪੱਖ ਨੇ ਉਹਨਾਂ ਨੂੰ ਇਗਨੋਰ ਕਰਕੇ ਤੇ ਜਿਹੜੀ ਉਹਦੇ ਵਿੱਚ ਸਿੱਖਿਆ ਆ ਉਹ ਲੈਣੀ ਜਿਹੜੀ ਆ ਉਹ ਜ਼ਰੂਰੀ ਆ। ਬਿਲਕੁਲ। ਕਿਉਂਕਿ ਜੇ ਇਹਦੇ ਵਿੱਚ ਇਹ ਲੱਗਦਾ ਆ ਨਾ ਵੀ ਕੋਈ ਅਤਕਥਨੀ ਹੋ ਰਹੀ ਆ ਸਾਡੇ ਵੱਲੋਂ ਤੇ ਫਿਰ ਵੀ ਇਸ ਚੀਜ਼ ਨੂੰ ਵਿਚਾਰੋ ਵੀ ਜਦੋਂ ਤੁਸੀਂ ਛੋਟੇ ਹੁੰਦਿਆਂ ਕਲਾਸ ਦੇ ਵਿੱਚ ਤੁਹਾਨੂੰ ਪਿਆਸੇ ਕਾਂ ਦੀ ਕਹਾਣੀ ਪੜ੍ਹਾਈ ਜਾਂਦੀ ਹੈ ਜੀ, ਬਿਲਕੁਲ, ਜਾਂ ਜਿਹੜੀ ਹੈਗੀ ਆ ਦੂਸਰੀ ਲਾਲਚੀ ਲੂੰਬੜੀ ਦੀ ਕਹਾਣੀ ਪੜ੍ਹਾਈ ਜਾਂਦੀ ਆ, ਕੀ ਤੁਸੀਂ ਸਵਾਲ ਇਹ ਕਰਦੇ ਹੁੰਦੇ ਆ ਵੀ ਲੋ ਹੱਦ ਹੋ ਗਈ, ਏਦਾਂ ਕਾਂ ਕਿੱਦਾਂ ਐ ਕਰ ਸਕਦਾ ਹੈ, ਉਹ ਲੂੰਬੜੀ ਨੇ ਏਦਾਂ ਕਿੱਦਾਂ ਕਿਹਾ ਹੋਊਗਾ। ਸਹੀ ਗੱਲ। ਤੇ ਉਹ ਜਿਹੜੀਆਂ ਕਹਾਣੀਆਂ ਨੇ ਉਹਦੇ ਵਿੱਚ ਜਿਹੜੀ ਸਿੱਖਿਆ ਹੈ ਨਾ ਉਹ ਮੈਟਰ ਕਰਦੀ ਆ। ਬਾਕੀ ਜਿਹੜਾ ਆ ਉਹ ਸਿਰਫ ਇੱਕ ਵਹੀਕਲ ਆ। ਬਿਲਕੁਲ। ਉਹ ਇਹ ਨਹੀਂ ਕਿਹਾ ਜਾ ਰਿਹਾ ਵੀ ਇਹ ਵਾਕਈ ਇਹ ਕੋਈ ਜ਼ਮਾਨਾ ਹੁੰਦਾ ਸੀ ਵੀ ਜਦੋਂ ਜਿਹੜੇ ਕਾਂ ਆ ਉਹ ਏਦਾਂ ਕਰਦੇ ਹੁੰਦੇ ਸੀਗੇ, ਹੁਣ ਵਾਲੇ ਕਾਂ ਮੂਰਖ ਹੋ ਗਏ ਆ, ਜਾਂ ਲੂੰਬੜੀਆਂ ਜਿਹੜੀਆਂ ਉਹ ਅੱਗੇ ਐਂ ਕਰਦੀਆਂ ਹੁੰਦੀਆਂ ਹੁਣ ਵਾਲੀਆਂ ਤਾਂ ਮੂਰਖ ਹੀ ਆ। ਬਿਲਕੁਲ। ਵੀ ਉਹ ਅਸਲ ਦੇ ਵਿੱਚ ਵੀ ਇੱਕ ਵਹੀਕਲ ਤਿਆਰ ਕੀਤਾ ਗਿਆ ਵੀ ਜਿਹਦੇ ਰਾਹੀਂ ਪੁੱਤਾਂ ਨੂੰ ਸਪੁੱਤ ਕਰਨ ਦਾ ਜਿਹੜਾ ਕੰਮ ਆ ਉਹ ਕੀਤਾ ਜਾ ਰਿਹਾ। ਬਿਲਕੁਲ। ਹੁਣ ਜੇ ਅਸੀਂ ਵੀ ਮਤਲਬ ਮੂਰਖਾਂ ਵਾਂਗ ਨੁਕਤੇ ਉਹ ਲੈ ਬੈਠੇ ਜੀ ਵੀ ਜਿਹਦੇ ਵਿੱਚ ਹਾਂ ਇਹ ਵੱਡੀ ਮੂਰਖਤਾ ਹੀ ਹੋਊਗੀ ਵੀ ਜੇ ਅਸੀਂ ਇਹਨਾਂ ਕਹਾਣੀਆਂ ਨੂੰ ਇਤਿਹਾਸ ਲੈ ਕੇ ਤੇ ਜਿਹੜੀਆਂ ਸਾਖੀਆਂ ਨੇ ਵੀ ਉਹਨਾਂ ਦੇ ਪ੍ਰਕਾਸ਼ ਕਰਨ ਲੱਗ ਪੈਂਦੇ ਆ ਤੇ ਉਹਨਾਂ ਨੂੰ ਅਖੇ ਐਂ ਕਰਨ ਲੱਗ ਪੈਂਦੇ ਆ ਵੀ ਨਾ ਬਈ ਵੀ ਅਖੇ ਵੀ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਨੇ। ਬਿਲਕੁਲ। ਜੋ ਕੋਸ਼ਿਸ਼ ਹੋਈ ਸੀ। ਬਿਲਕੁਲ। ਕਿਉਂਕਿ ਜਿਹੜੀਆਂ ਸਾਖੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਵਜੋਂ ਤਿਆਰ ਹੋਈਆਂ ਸੀ। ਬਿਲਕੁਲ। ਪਰ ਉਹਨਾਂ ਦੇ ਵਿੱਚ ਜਿਹੜੀਆਂ ਸਿੱਖਿਆਵਾਂ ਲੈਣੀਆਂ ਜਿਹੜੀਆਂ ਆ ਵੀ ਜਿੱਦਾਂ ਕਹਿ ਲਓ ਵੀ ਜਿਹੜੀ ਆਮ ਉਦਾਹਰਨ ਬਾਣੀ ਦੇ ਵਿੱਚੋਂ ਹੀ ਦਿੱਤੀ ਜਾਂਦੀ ਆ ਵੀ ਹੰਸ ਜਿਹੜਾ ਆ ਵੀ ਉਹ ਮੋਤੀ ਚੁਗ ਲੈਂਦਾ, ਸੋ ਸਾਡੇ ਲਈ ਮੋਤੀ ਚੁਗਣਾ ਜਿਹੜਾ ਆ ਵੀ ਉਹ ਅਸਲ ਕੰਮ ਆ। ਬਾਕੀ ਜਿਹੜਾ ਗੰਦ ਹੈਗਾ ਉਹਨੂੰ ਪਾਸੇ ਕਰੋ। ਜਿਹੜੇ ਇਹ ਢੱਡਰੀਆਂ ਵਾਲੇ ਵਰਗੇ ਆ ਵੀ ਇਹ ਤੇ ਸਿਰਫ ਜ਼ੋਰ ਹੀ ਉਹਨਾਂ ਦਾ ਸਾਰਾ ਗੰਦ ਦੇ ਉੱਤੇ ਲੱਗਾ, ਇਹ ਕਾਂ ਵਾਂਗ ਗੰਦ ਚੁਗਦੇ ਸਾਰੇ ਪਾਸੇ। ਸੋ ਉਹ ਚੀਜ਼ਾਂ ਜਿਹੜੀਆਂ ਨੇ ਵੀ ਉਹ ਵਿਚਾਰਨੇ ਵਾਲੀਆਂ ਨੇ ਵੀ એનર્ਜੀ ਆਪਣੀ ਜਿਹੜੀ ਆ
ਉਹ ਓਨੀ ਕੀ ਇਹਨਾਂ ਚੀਜ਼ਾਂ ਦੇ ਉੱਤੇ ਖਪਤ ਕਰੋ ਵੀ ਜਿੰਨੀ ਕੁ ਅਸੀਂ ਸਪੇਅਰ ਕਰ ਸਕਦੇ ਹਾਂ। ਔਰ ਅੱਜ ਕੱਲ੍ਹ ਅਸੀਂ ਸਪੇਅਰ ਨਹੀਂ ਕਰ ਸਕਦੇ। ਹਾਂ, ਜੇ ਤੁਹਾਨੂੰ ਲੱਗਦਾ ਆ ਵੀ ਛੋਟੇ ਹੁੰਦਿਆਂ ਤੁਸੀਂ ਇਹ ਕਹਾਣੀਆਂ ਸੁਣੀਆਂ ਤੇ ਤੁਹਾਨੂੰ ਇਹਦਾ ਨੁਕਸਾਨ ਹੋਇਆ ਆ, ਤੇ ਫਿਰ ਆਪਣੇ ਨਿਆਣਿਆਂ ਲਈ ਇਹਦਾ ਆਲਟਰਨੇਟਿਵ ਤਿਆਰ ਕਰੋ। ਬਿਲਕੁਲ, ਕਿਉਂਕਿ ਇਹ ਕਹਾਣੀਆਂ ਵੀ ਹੁਣ 4-4 5-500 ਸਾਲ ਪੁਰਾਣੀਆਂ ਹੋ ਗਈਆਂ। ਸੋ ਇਸ ਕਰਕੇ ਵੀ ਜੇ ਤੁਹਾਨੂੰ ਲੋੜ ਹੈਗੀ ਆ ਜਾਂ ਤੁਹਾਨੂੰ ਲੱਗਦਾ ਆ ਵੀ ਜਿੱਦਾਂ ਕੋਈ ਵੀ ਟੀਚਰ ਟ੍ਰੇਨਡ ਹੋਇਆ ਹੈ ਤੇ ਉਹਨੂੰ ਲੱਗਦਾ ਵੀ ਜਿਹੜੀ ਟੀਚਿੰਗ ਸਾਇੰਸ ਆ ਵੀ ਉਹਦੀਆਂ ਜਿਹੜੀਆਂ ਲੇਟੈਸਟ ਰਿਸਰਚਸ ਨੇ ਉਹ ਕਹਿ ਰਹੀਆਂ ਵੀ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਨੇ ਵੀ ਇਹਨਾਂ ਤੋਂ ਖਹਿੜਾ ਛਡਾਉਣਾ ਚਾਹੀਦਾ ਹੈ। ਬਿਲਕੁਲ ਜੀ, ਛਡਾ ਲਓ, ਪਰ ਉਹਦਾ ਆਲਟਰਨੇਟਿਵ ਦਿਓ ਤਾਂ ਕਿ ਵੀ ਨਿਆਣੇ ਜਿਹੜੇ ਆ ਵੀ ਉਹ ਬਿਲਕੁਲ ਨਾ ਵੀ ਇਹ ਹੋ ਵੀ ਇਹ ਜਿਹੜੀਆਂ ਕਹਾਣੀਆਂ ਇਹ ਛੱਡ ਦਿਓ ਤੇ ਇਹਨਾਂ ਨੂੰ ਰਿਪਲੇਸ ਕਰਨਾ ਉਹ ਪਤਾ ਨਹੀਂ, ਉਹ ਮੇਰੀ ਜ਼ਿੰਮੇਵਾਰੀ ਨਹੀਂ। ਬਿਲਕੁਲ। ਸੋ ਇਸ ਕਰਕੇ ਵੀ ਉਹ ਥੋੜਾ ਜਿਹਾ ਉਹ ਤਾਂ ਇਹਨਾਂ ਨੂੰ ਵੀ ਪੁੱਛ ਸਕਦੇ ਹੁਣ ਸਾਈਕੋਲੋਜਿਸਟਾਂ ਕੋਲ ਜਾਂਦੇ ਉਹ ਵੀ ਕਹਾਣੀਆਂ ਹੀ ਸੁਣਾਉਂਦੇ। ਉਹ ਕਿਉਂਕਿ ਤੁਹਾਡੇ ਦਿਮਾਗ ਨਾਲ ਹੀ ਖੇਡਦੇ ਆ ਨਾ ਉਹ ਤੋਂ, ਕਿਉਂਕਿ ਜਿਹੜੀ ਜਦੋਂ ਬੰਦਾ ਸਾਈਕੋਲੋਜਿਸਟ ਕੋਲ ਜਾਂਦਾ ਹੈ ਤੁਹਾਡੇ ਸੋਚ ਜਾਂ ਵਿਚਾਰਾਂ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਫਰਕ ਪੈ ਜਾਂਦਾ ਹੈ। ਤੁਸੀਂ ਕਿਸੇ ਚੀਜ਼ ਤੋਂ ਡਰੇ ਹੁੰਦੇ ਆ ਜਾਂ ਤੁਸੀਂ ਬਹੁਤ ਜ਼ਿਆਦਾ ਐਕਸਾਈਟਿਡ ਹੁੰਦੇ ਆ, ਉਹ ਸਾਈਕੋਲੋਜਿਸਟ ਉਸ ਚੀਜ਼ਾਂ ਨੂੰ ਬੈਲੈਂਸ ਕਰਦੇ, ਤੁਹਾਨੂੰ ਕਹਾਣੀਆਂ ਸੁਣਾ ਕੇ, ਇੱਦਾਂ ਦੀਆਂ ਸਾਖੀਆਂ ਸੁਣਾ ਕੇ। ਇਹਨਾਂ ਤੋਂ ਮੈਂ ਕਿਹਾ ਜ਼ਿਆਦਾ ਪਤਾ ਹੋਣਾ, ਕਿਉਂਕਿ ਹੁਣ ਇਹਨਾਂ ਦਾ ਤਾਂ ਜਿੱਦਾਂ ਰੂਟੀਨ ਦਾ ਕੰਮ ਹੋਣਾ ਕੋਈ ਜਾਣਦਾ ਇਕੱਠਾ ਹੀ ਠੇਕਾ ਕੀਤਾ ਆ ਨਾ ਸਾਈਕੋਲੋਜਿਸਟ। ਬਿਲਕੁਲ ਭਾਜੀ, ਬਿਲਕੁਲ। ਇਹ ਕਹਿਣ ਦਾ ਭਾਵ ਮੇਰੇ ਇਹ ਭਾਜੀ ਕਿ ਕਿਉਂਕਿ ਜਿਹੜੀਆਂ ਸਾਖੀਆਂ ਆ ਅਸੀਂ ਆਪਣੇ ਬੱਚੇ ਅਸੀਂ ਵੀ ਸੁਣਦੇ ਆਏ ਆ ਆਪਣੀ ਮੰਮੀ ਡੈਡੀ ਤੋਂ ਕਿ ਭਾਈ ਸਾਖੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਗੁਰਬਾਣੀ ਦੇ ਕਸੌਟੀ ਤੇ ਪੂਰੀ ਉਤਰਦੀਆਂ, ਉਹ ਸਾਖੀਆਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਵੀ ਹੈਗਾ, ਇੱਦਾਂ ਦੀ ਗੱਲ ਨਹੀਂ ਹੈਗੀ ਹੈ ਨਾ। ਤੇ ਉਹ ਸਾਖੀਆਂ ਨੂੰ ਹੁਣ ਇਹ ਤਾਂ ਮਤਲਬ ਇਹ ਹੋਵੇ ਨਾ ਕਿ ਜਿਹੜੀ ਗੁਰਬਾਣੀ ਦੀ ਕਸੌਟੀ ਤੇ ਨਹੀਂ ਉਤਰ ਰਹੀ ਉਹਨਾਂ ਨੂੰ ਛੱਡ ਦਿਓ। ਇਹ ਤਾਂ ਆਪਾਂ ਮਤਲਬ ਮੈਨੂੰ ਲੱਗਦਾ ਪ੍ਰਚਾਰਕ ਮੁੱਢ ਤੋਂ ਹੀ ਕਹਿੰਦੇ ਆ ਰਹੇ ਆ ਕਿ ਇਹੋ ਜਿਹੀਆਂ ਸਾਖੀਆਂ ਹੈਗੀਆਂ। ਹੁਣ ਇਹਨਾਂ ਦਾ ਜ਼ੋਰ ਤੇ ਇਹ ਹੈ ਕਿ ਸਾਰਾ ਕੁਛ ਹੀ ਛੱਡ ਦਿਓ, ਤੁਸੀਂ ਸਾਰਾ ਗੁਰ ਇਤਿਹਾਸ ਛੱਡ ਦਿਓ, ਸਾਰਾ ਸਿੱਖ ਇਤਿਹਾਸ ਛੱਡ ਦਿਓ, ਤੇ ਜਿੰਨੇ ਸਾਡੀਆਂ ਹੁਣ ਜਿੱਦਾਂ ਇਹ ਲੇਟੈਸਟ ਜਿੱਦਾਂ ਭਾਈ ਨੰਦ ਲਾਲ ਜੀ ਉਹਨਾਂ ਦੇ ਉੱਤੇ ਹਮਲੇ ਕਰਨ ਦੇ ਆ ਜਿਹੜੇ ਹਿਸਾਬ ਨਾਲ, ਤੇ ਉਹ ਇੱਕ ਇਹਨਾਂ ਦਾ ਉਹ ਹੈਗਾ ਆ, ਕਹਿ ਲਓ ਕਿ ਇੱਕ ਸਟੈਪ ਆ ਕਿ ਕਿਹੜੇ ਗਿਣਿਆ ਮਿੱਥਿਆ ਪਲਾਨ ਆ ਕਿਸ ਤਰੀਕੇ ਨਾਲ ਜਿਹੜੀਆਂ ਸਾਡੀਆਂ ਸਿੱਖ ਪਰਸਨੈਲਿਟੀਜ਼ ਨੇ, ਜਿਹੜੀਆਂ ਸਾਡੀਆਂ ਪੁਰਾਤਨ ਸਿੱਖ ਪਰਸਨੈਲਿਟੀਜ਼ ਨੇ, ਉਹਨਾਂ ਨੂੰ ਕਿੱਦਾਂ ਇਹਨਾਂ ਨੇ ਡੀਵੈਲਿਊ ਕਰਨਾ, ਕਿੱਦਾਂ ਉਹਨਾਂ ਨੂੰ ਬਦਨਾਮ ਕਰਨਾ ਹੈ, ਤਾਂ ਕਿ ਉਹਨਾਂ ਦਾ ਜਿਹੜਾ ਮਨਾਂ 'ਚ ਸਤਿਕਾਰ ਹੈ ਨਾ ਸਾਡੇ ਸਾਰਿਆਂ ਦੇ। ਕਿਉਂਕਿ ਅਸੀਂ ਹੁਣ ਉਹਨਾਂ ਦੀ ਜਦੋਂ ਭਾਈ ਨੰਦ ਲਾਲ ਉਹਨਾਂ ਦੀ ਤੁਸੀਂ ਜਦੋਂ ਲਿਖਤਾਂ ਪੜ੍ਹਦੇ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤਾਂ ਸਾਰਾ ਕੁਝ ਜ਼ੀਰੋ ਕਰਨਾ ਚਾਹੁੰਦੇ ਆ, ਯਾਨੀ ਕਿ ਕਿਉਂਕਿ ਪਹਿਲੀ ਸਟੇਟਮੈਂਟ ਤਾਂ ਭਾਜੀ ਇਹ ਦੇ ਹੀ ਚੁੱਕੇ ਆ ਨਾ ਕਿ ਇਹ ਲਿਬਰਟੀ ਮਾਚ ਇਹ ਕਹਿ ਚੁੱਕਾ ਹੈ ਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅਤ ਕਥਨੀਆਂ ਨੇ। ਹੁਣ ਉਹ ਮਤਲਬ ਉੱਥੇ ਦੀ ਇਹਨੇ ਮੁੱਢ ਬੰਨਿਆ ਸੀਗਾ, ਉਸ ਤੋਂ ਬਾਅਦ ਇਹਨਾਂ ਸਾਰਾ ਕੁਝ ਹੀ ਨਕਾਰਨਾ ਸ਼ੁਰੂ ਕਰ ਦਿੱਤਾ। ਅੱਛਾ, ਜੇ ਇਹ ਕਹਿੰਦੇ ਨੇ ਕਿ ਸਾਰਾ ਕੁਝ ਛੱਡ ਕੇ ਗੁਰੂ ਗ੍ਰੰਥ ਸਾਹਿਬ ਪੜ੍ਹੋ, ਉਹ 'ਚ ਤੁਸੀਂ ਆਪ ਕਹਿ ਚੁੱਕੇ ਕਿ ਅਤ ਕਥਨੀਆਂ ਨੇ, ਉਹ ਕਮੀਨਗੀਆਂ ਨੇ ਸਾਰੀਆਂ ਇਹਨਾਂ ਦੀਆਂ, ਬਿਲਕੁਲ ਬੇਈਮਾਨੀਆਂ। ਇਹ ਹੌਲੀ ਹੌਲੀ ਕਰਕੇ ਸਿੱਖ ਨੂੰ ਸਿੱਖੀ ਤੋਂ ਦੂਰ ਕਰ ਰਹੇ ਨੇ। ਬਿਲਕੁਲ। ਸੋ ਉਹ ਜਿੰਨੀ ਛੇਤੀ ਅਸੀਂ ਸਮਝ ਗਏ ਉਨੀ ਛੇਤੀ ਇਹਨਾਂ ਦਾ ਅਸਲੀ ਚਿਹਰਾ ਪਛਾਣ ਲੈਣਾ ਤੇ ਆਪੇ ਇਹਨਾਂ ਨੂੰ ਫਿਰ ਜਿੱਦਾਂ ਨਜਿੱਠਣਾ ਉਹ ਸਾਰਿਆਂ ਨੇ ਆਪਣੇ ਆਪਣੇ ਪੱਧਰ ਦੇ ਉੱਤੇ ਨਜਿੱਠਣਾ। ਵੈਸੇ ਤਾਂ ਬਹੁਤ ਫਰਕ ਪੈ ਗਿਆ ਭਾਜੀ ਪਿਛਲੇ 2-3 ਸਾਲਾਂ ਦੇ ਵਿੱਚ, ਕਾਫੀ ਫਰਕ ਪੈ ਗਿਆ ਆ ਬਹੁਤ। ਇਹਨਾਂ ਨੂੰ ਇਹਨਾਂ ਦਾ ਜਿਹੜਾ ਹੈਗਾ ਨਾ, ਜਿਹੜਾ ਮੁਖੌਟਾ ਪਾਇਆ ਸੀਗਾ ਉਹ ਉਤਰ ਚੁੱਕਾ। ਹਾਂ, ਉਹ ਨੰਗਾ ਹੋ ਗਿਆ ਆ, ਤਾਂ ਹੁਣ ਲੋਕੀ ਪਛਾਣ ਵੀ ਗਏ ਤੇ ਲੋਕੀ ਸਵਾਲ ਵੀ ਕਰਦੇ ਆ। ਤਦੀ ਫਿਰ ਫੋਨ ਲਾਈਨਾਂ ਕੱਟ ਕੇ ਬੰਦ ਕਰਕੇ ਹੈ ਜੀ ਬੜਕਾ ਮਾਰਦੇ ਰਹਿੰਦੇ ਕਿ ਇੱਦਾਂ ਕਰ ਲਾਂਗੇ ਤਾਂ ਉੱਦਾਂ ਕਰ ਲਾਂਗੇ। ਤਾਂ ਵਧੀਆ ਜੀ। ਹਾਂਜੀ, ਤੇ ਅੱਜ ਦੇ ਪ੍ਰੋਗਰਾਮ ਨੂੰ ਭਾਜੀ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ, ਇਸੇ ਨੋਟ ਦੇ ਉੱਤੇ ਕਿ ਬਾਰ-ਬਾਰ ਬੇਨਤੀ ਅਸੀਂ ਇੱਥੋਂ ਇਹੀ ਕਰਦੇ ਹਾਂ ਕਿ ਆਪ ਗੁਰਬਾਣੀ ਪੜ੍ਹੋ, ਵਿਚਾਰੋ, ਆਪਣੇ ਜੀਵਨ ਦੇ ਵਿੱਚ ਉਹਨੂੰ ਲਾਗੂ ਕਰੋ ਤਾਂ ਕਿ ਤੁਸੀਂ ਇਹੋ ਜਿਹੇ ਪਖੰਡੀਆਂ ਦੰਬੀਆਂ ਤੋਂ ਆਪਣਾ ਬਚਾਅ ਕਰ ਸਕੋ। ਤੇ ਇਸੇ ਹੀ ਨੋਟ ਤੇ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਜੀ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ